यूनिट 12th घात अंक ਅਤੇ ਘਾਤ एक्सपोनेंट्स एंड पावर्स। ਆਪਾਂ ਇਹ 7th क्लास भी ਕੀਤਾ ਸੀ, ਉੱਥੇ ਇਹ यूनिट 13th ਸੀਗਾ। ठीक है, चलो ਹੁਣ ਅੱਜ ਦੁਬਾਰਾ ਤੋਂ ਕਰਦੇ ਹਾਂ। ਸਪੋਜ਼ ਕਰ ਲਓ ਮੈਂ ਤੁਹਾਨੂੰ ਲਿਖਿਆ ਇੱਕ ਨੰਬਰ 8 है ना, तो फिर मैं ਤੁਹਾਨੂੰ ਲਿਖਿਆ कि 8 ਦੇ ਪ੍ਰਾਈਮ ਫੈਕਟਰਸ ਲਿਖੋ, 8 ਦੇ ਅਪਾਜ ਗੁਣਨਖੰਡ ਲਿਖੋ। ਤਾਂ ਤੁਸੀਂ ਕੀ ਕਰੋਗੇ, ਤੁਸੀਂ ਕਹੋਗੇ 8 ਕਿੱਦਾਂ ਬਣਦਾ, 2 ਮਲਟੀਪਲਾਈ ਬਾਈ 2 ਮਲਟੀਪਲਾਈ ਬਾਈ 2, मतलब 2 ਨੂੰ 2 ਦੇ ਨਾਲ ਕਿੰਨੀ ਵਾਰੀ ਗੁਣਾ ਕਰਨ ਤੇ 3 ਵਾਰੀ ਗੁਣਾ ਕਰਨ ਤੇ, है ना। तो मैं ਕਹਾਂਗੀ ਇਹਨੂੰ ਇਕੱਠੇ ਕਰਕੇ ਲਿਖ ਦੋ। ਇਦਾਂ 2 into 2 into 2 नहीं लिखना, इकट्ठे करके लिख दो। फिर तुसी की करना, तुसी कहना अच्छा जी 2 लिखता ते ਇਹਦੀ ਪਾਵਰ ਕਿੰਨੀ ਲਿਖੀ ਹੈ। ਫਿਰ ਤੁਸੀਂ ਕਰੋਗੇ ਕਿ 2 ਕਿੰਨੀ ਵਾਰੀ ਆਂਦਾ, 1 2 3 3 ਵਾਰੀ ਆ ਰਿਹਾ, ਇਹਦੀ ਪਾਵਰ ਕਿੰਨੀ ਲਿਖ ਦਵਾਂ 3, ਹੈ ਨਾ। ਫਿਰ ਹੁਣ ਤੁਸੀਂ ਸਮਝਣਾ ਇਹਦੇ ਵਿੱਚ ਕੀ ਹੈ, ਇੱਕ ਪੁਰਾਣਾ ਰੀਕੈਪਚੁਲੇਸ਼ਨ ਕਰ ਲਈਏ ਕਿ ਜਿਹੜਾ ਸਾਡੇ ਕੋਲੇ 2 to power 3 ਜਾਂ 2 ਦੀ ਘਾਤ 3 ਜਿਹਨੂੰ ਅਸੀਂ ਕਹਿੰਦੇ ਆ, ਇਹਦੇ ਵਿੱਚ ਇਹ ਜਿਹੜਾ 2 ਹੈ ਇਹ ਕੀ ਹੈ, ਇਹਨੂੰ ਕਹਿੰਦੇ ਆ ਅਸੀਂ ਬੇਸ। ਠੀਕ ਹੈ, ਪੰਜਾਬੀ ਦੇ ਵਿੱਚ ਕੀ ਕਹਿੰਦੇ ਸੀ ਇਹਨੂੰ, ਆਧਾਰ। ਤੇ ਉੱਪਰ ਆ ਕੌਣ ਹੈ, 3 ਕੀ ਹੈ, 3 ਕੀ ਹੁੰਦੀ ਹੈ, ਪਾਵਰ। ਐਕਸਪੋਨੈਂਟ, ਪਾਵਰ ਵੀ ਕਹਿ ਦਿੰਦੇ, ਐਕਸਪੋਨੈਂਟ ਵੀ ਕਹਿ ਦਿੰਦੇ, ਤੇ ਪੰਜਾਬੀ ਚ ਇਹਨੂੰ ਕੀ ਕਹਿੰਦੇ ਆ ਅਸੀਂ, ਘਾਤ। ਠੀਕ ਹੈ, ਅੱਛਾ। ਸਿਮਿਲਰਲੀ ਕੋਈ ਬੱਚਾ ਕਹਿੰਦਾ ਨਹੀਂ ਮੈਨੇ ਇਦਾਂ ਨਹੀਂ ਲਿਖਣਾ, ਮੈਂ ਤਾਂ ਕੁਝ ਹੋਰ ਲਿਖਣਾ। ਸਪੋਜ਼ ਕੋਈ ਹੋਰ ਲਾ ਲੈਂਦੇ ਆ, ਮੈਂ ਤੁਹਾਨੂੰ 125 ਦੇ ਦਿੰਨੀ ਹੈ ਸੰਖਿਆ। ਠੀਕ ਹੈ, ਤੁਸੀਂ 125 ਦੇ ਫਟਾਫਟ ਭਾਜ ਗੁਣਨਖੰਡ ਬਣਾ ਲੂੰਗੇ, ਹੈ ਨਾ। ਤਾਂ ਤੁਸੀਂ ਕੀ ਲਿਖੋਗੇ ਇੱਥੇ, 5 ਗੁਣਾ 5 ਗੁਣਾ 5, ਇੱਦਾਂ ਲਿਖ ਲੂੰਗੇ। 125 ਦੇ ਅਭਾਜ ਗੁਣਨਖੰਡ ਬਣ ਗਏ। ਹੁਣ 5 ਕਿੰਨੀ ਵਾਰੀ ਆ ਰਿਹਾ ਇੱਥੇ, ਇਹ ਵੀ 3 ਵਾਰੀ ਆ ਰਿਹਾ, ਤਾਂ ਅਸੀਂ ਕੀ ਲਿਖ ਲਾਂਗੇ, 5 ਦੀ ਪਾਵਰ ਕਿੰਨੀ, 3। ਪੰਜਾਬੀ ਵਾਲੇ ਕੀ ਪੜਨਗੇ, 5 ਦੀ ਘਾਤ 3। ਇੰਗਲਿਸ਼ ਵਾਲੇ ਕੀ ਪੜਨਗੇ, 5 to power 3 ਜਾਂ 5 to power 3। ਠੀਕ, ਇਹਦੇ ਵਿੱਚ ਫਿਰ 5 ਕੌਣ ਹੈ, ਇਹਦਾ ਆਧਾਰ। ਠੀਕ ਹੈ ਜੀ। ਇੰਗਲਿਸ਼ ਵਾਲੇ ਕੀ ਕਹਿਣਗੇ ਇਹਨੂੰ, ਬੇਸ। ਔਰ ਜੋ 3 ਹੈ ਇਹ ਕੀ ਹੈ, ਉਹਦੀ ਘਾਤ। ਔਰ ਇੰਗਲਿਸ਼ ਵਾਲੇ ਇਹਨੂੰ ਕੀ ਕਹਿਣਗੇ, ਪਾਵਰ ਔਰ ਐਕਸਪੋਨੈਂਟ। ਅੱਛਾ, ਹੁਣ ਇੱਕ ਹੋਰ ਰਕਮ ਲਿਖ ਲੈਂਦੇ ਆ। ਸਪੋਜ਼ ਮੈਂ ਤੁਹਾਨੂੰ ਕਿਹਾ 32 ਲਿਖੋ ਨਾ, 32 ਦੇ ਕੀ ਲਿਖੋ, ਅਭਾਜ ਗੁਣਨਖੰਡ ਲਿਖੋ। ਤੁਸੀਂ ਕਿਹਾ ਅੱਛਾ ਜੀ 2 ਮਲਟੀਪਲਾਈ ਬਾਈ 2 ਮਲਟੀਪਲਾਈ ਬਾਈ 2 ਮਲਟੀਪਲਾਈ ਬਾਈ 2 ਮਲਟੀਪਲਾਈ ਬਾਈ 2। ਚੈੱਕ ਕਰ ਲੈਂਦੇ ਆ, 2 ਦੂਣੀ 4 ਦੂਣੀ 8 ਦੂਣੀ 16 ਦੂਣਾ 32 ਹੋ ਗਿਆ। ਫਿਰ ਮੈਂ ਤੁਹਾਨੂੰ ਕਹੂੰਗੀ ਨਹੀਂ ਨਹੀਂ ਇਦਾਂ ਨਹੀਂ ਕਰਨਾ, ਇਹਨਾਂ ਨੂੰ ਕਿੱਦਾਂ ਲਿਖੋ, ਘਾਤ ਦੇ ਰੂਪ ਚ ਲਿਖੋ। ਠੀਕ ਹੈ, ਇਹਦੇ ਘਾਤ ਅੰਕ ਦੇ ਰੂਪ ਚ ਲਿਖੋ। ਤਾਂ ਤੁਸੀਂ ਕੀ ਕਰੋਗੇ, 2 ਫਿਰ ਚੈੱਕ ਕਰੋਗੇ ਕਿੰਨੀ ਵਾਰੀ ਆਂਦਾ ਪਿਆ, 5 ਟਾਈਮਸ ਆਂਦਾ ਪਿਆ, ਹੈ ਨਾ। ਤਾਂ ਤੁਸੀਂ ਕੀ ਲਿਖ ਦੋਗੇ, 2 to power 5, 2 ਦੀ ਘਾਤ 5, ਜਿਹਦੇ ਵਿੱਚ 5 ਕੀ ਹੈ, ਪਾਵਰ ਹੈ, ਘਾਤ ਹੈ, 2 ਕੀ ਹੈ, ਆਧਾਰ ਹੈ। ਠੀਕ, ਅੱਛਾ ਜੀ। ਇਹਦਾ ਮਤਲਬ ਜਦੋਂ ਅਸੀਂ ਕੀ ਕਰਦੇ ਆ, ਕਿਸੇ ਨੰਬਰ ਨੂੰ ਉਹਦੇ ਨਾਲ ਹੀ ਕਿੰਨੀ ਵਾਰ ਗੁਣਾ ਕਰਦੇ ਆ, ਤਾਂ ਸਾਡੇ ਕੋਲੇ ਕੀ ਮਿਲ ਜਾਂਦਾ ਹੈ, ਐਕਸਪੋਨੈਂਟ ਮਿਲ ਜਾਂਦਾ। ਕੀ ਮਿਲ ਜਾਂਦਾ ਹੈ, ਘਾਤ ਮਿਲ ਜਾਂਦੀ ਹੈ। ਠੀਕ ਹੈ, ਹੁਣ ਇਹਦੇ ਵਿੱਚ ਤੁਸੀਂ ਇੱਕ ਬਹੁਤ ਇੰਪੋਰਟੈਂਟ ਚੀਜ਼ ਯਾਦ ਰੱਖਣੀ ਹੈ। ਠੀਕ, ਪਹਿਲੀ ਇੰਪੋਰਟੈਂਟ ਚੀਜ਼ ਜੋ ਤੁਹਾਨੂੰ ਪੇਪਰ ਦੇ ਵਿੱਚ ਆਊਗੀ ਉਹ ਕੀ ਹੈ। ਸਪੋਜ਼ ਕਰ ਲਓ ਤੁਹਾਨੂੰ ਇਦਾਂ ਦਿੱਤਾ ਹੋਇਆ -1। ਠੀਕ ਹੈ, -1 ਇਹਦੀ ਪਾਵਰ ਦਿੱਤੀ ਵੀ, ਸਪੋਜ਼ ਕਰ ਲਓ ਤੁਹਾਨੂੰ ਦਿੱਤੀ ਹੋਈ ਆ 159। ਤਾਂ ਇਹਦਾ ਆਨਸਰ ਕਿੰਨਾ ਆਊਗਾ, ਸਿਰਫ ਤੁਹਾਨੂੰ ਇੱਥੇ ਆਨਸਰ ਪੁੱਛਿਆ ਹੋਣਾ। ਅੱਛਾ, ਜੇਕਰ ਤੁਹਾਨੂੰ ਇਦਾਂ ਦਿੱਤਾ -1 ਦੀ ਪਾਵਰ 200, ਤਾਂ ਵੀ ਕੀ ਦਿੱਤਾ ਤੁਹਾਨੂੰ, ਉਹਨਾਂ ਨੇ ਕਿਹਾ ਇਹਦਾ ਆਨਸਰ ਕੱਢੋ। ਕਿੱਦਾਂ ਕੱਢੋਗੇ, ਲਓ ਇਸ ਕੁਐਸਚਨ ਨੂੰ ਸੋਲਵ ਕਰਨ ਵਾਸਤੇ ਬਹੁਤ ਈਜ਼ੀ ਹੈ, ਬਹੁਤ ਈਜ਼ੀ। ਤੁਸੀਂ ਕੀ ਕਰਨਾ, ਤੁਸੀਂ ਸਿਰਫ ਤੇ ਸਿਰਫ ਇਹਨਾਂ ਦੀਆਂ ਕੀ ਚੈੱਕ ਕਰਨੀਆਂ, ਇਹਨਾਂ ਦੀਆਂ ਘਾਤ ਚੈੱਕ ਕਰਨੀ, ਮਤਲਬ ਇਹਨਾਂ ਦੀਆਂ ਪਾਵਰਸ ਚੈੱਕ ਕਰਨੀਆਂ। ਠੀਕ ਹੈ, ਜੇਕਰ ਜਿਹੜੀ ਘਾਤ ਹੈ ਜਾਂ ਪਾਵਰ ਹੈ ਉਹ ਤੁਹਾਡੇ ਕੋਲੇ ਇੱਕ ਔਡ ਨੰਬਰ ਹੈ, ਔਡ ਨੰਬਰ ਮਤਲਬ ਇੱਕ ਟਾਂਕ ਸੰਖਿਆ ਹੈ। ਟਾਂਕ ਸੰਖਿਆ ਕਿਹੜੀ ਕਿਹੜੀ ਹੁੰਦੀ ਹੈ, 1 3 5 7 ਸੋ ਔਨ, ਬਹੁਤ ਸਾਰੀਆਂ ਟਾਂਕ ਸੰਖਿਆਵਾਂ ਨੇ। ਠੀਕ ਹੈ, ਜੇਕਰ ਘਾਤ ਜਾਂ ਪਾਵਰ ਇੱਕ ਟਾਂਕ ਸੰਖਿਆ ਹੈ ਤਾਂ ਆਨਸਰ ਆਊਗਾ ਮਾਈਨਸ ਦਾ। ਠੀਕ ਹੈ, ਤਾਂ ਜਿਹੜਾ ਤੁਹਾਡਾ ਆਨਸਰ ਹੈ ਉਹ ਕਿਹੜਾ ਆਊਗਾ, ਮਾਈਨਸ ਦਾ। ਅਗਰ ਇਹ ਘਾਤ ਤੁਹਾਡੇ ਕੋਲੇ ਕੀ ਹੈ, ਮੰਨ ਲਓ ਜਿਹੜੀ ਇਹ ਘਾਤ ਹੈ ਹੁਣ ਤੁਹਾਡੇ ਕੋਲੇ ਇਹ ਈਵਨ
तो ਜਦੋਂ ਤੁਹਾਡੇ ਕੋਲੇ ਘਾਤ ਕੀ ਹੋ ਜਾਣੀ ਇੱਕ ਈਵਨ ਹੋ ਜਾਣੀ ਆ ਨੰਬਰ ਜਿਸ ਸੰਖਿਆ ਲੈਣੀ ਜਿਸ ਸੰਖਿਆ ਕਿਹੜੀਆਂ ਜਿਹੜੇ ਕੀ ਹੁੰਦੇ ਨੇ 2 ਦੇ ਮਲਟੀਪਲ ਜਾਂ 2 ਦੇ ਫੈਕਟਰ 2 4 6 8 10 ਸੋ ਔਨ ਉਦੋਂ ਜਿਹੜਾ ਆਨਸਰ ਆਣਾ ਉਹ ਤੁਹਾਡੇ ਕੋਲੇ ਪਲੱਸ ਦਾ ਆਨਸਰ ਆਣਾ ਠੀਕ ਹੈ तो हुण ये थोड़ा करना है कि -1 की पावर 159 है तो -1 ਨੂੰ 159 ਵਾਰੀ लिखना है नहीं सिर्फ तो सिर्फ पावर्स चेक करनी है हुण चेक करो जिहड़ा 159 है उन ऑड है कि ईवन है टांक है कि जिस्त है तो जो 9 है वही 159 हुंदा तो की होगा ये तुहाडे कोले ऑड है टांक है तो जिहड़ा आंसर आऊगा कितना आऊगा -1 कितना सौखा है और कितनी जल्दी हो गया सिर्फ ये चीज़ याद रखी अच्छा जी -1 की पावर 200 हुण 200 है जो वो तो ईवन नंबर है जिस संख्या है तो आंसर किहड़ा आऊगा +1 ठीक है तो तुहाडे कोले जिहड़ी आ एक इंपॉर्टेंट पॉइंट है इनू तुसीं अपने माइंड दे विच जरूर रखना ठीक है जो ज़्यादा सारियां पावर्स आ जांदियां ने तां असीं जिहड़ी पावर वड्डी आ जांदी एक वड्डा नंबर आ जांदा तां आ चीज़ बहुत इंपॉर्टेंट है और ये बहुत तुहाडे कोले की आंदी है काम दे विच आंदी है हुण पिछले साल भी असीं यही कुछ कीता सी जो असीं 7 दे विच सी है ना उस तो बाद की कीता सी असीं इहदे फार्मूलाज कीते सी हुण फिर फार्मूलाज करने आओ फार्मूला वल चलिए घातां दे नियम लॉज ऑफ एक्सपोनेंट्स चलो फिर स्टार्ट करते हैं जिहड़ा पहला लॉ है पहला लॉ की सी साडे कोले तुहानूं याद होना x टू पावर असीं की लिखदे सी m इनटू x टू पावर n इज इक्वल टू की लिखदे सी मतलब ध्यान देना हुण समझने जेकर आधार बराबर होण विच गुणा दा निशान होवे तां जिहड़ियां पावर्स है वो ऐड हो जांदियां ने घातां दा जोड़ हो जांदा है तां असीं आधार एक बारी लिखांगे ते उन्हां दीयां पावर्स नूं की कर दांगे ऐड कर दांगे ठीक है हुण इहदी एग्जाम्पल भी समझो ध्यान देना इहदी एग्जाम्पल दे विच जिद्दां मान लो मैं तुहाडे कोले ले लिया मान लो मैंने लिया 2 टू पावर 3 इंटू 2 टू पावर 5 ठीक है 2 की घात 3 गुणा 2 की घात 5 तुसी चेक किद्दां करना तुसी देखना अच्छा आधार बराबर है हाँ जी बिल्कुल बराबर है इधर भी 2 है इधर भी 2 है विच किहड़ा निशान गुणा का निशान ठीक है निशान भी जरूर चेक करना पावर्स की हो जाएगी ऐड 3 + 5 ठीक है कितना बन गया 2 टू पावर 8 2 की घात 8 ये तुहाडे कोले की आ गया इहदा आंसर आ गया ठीक है जी सौखा ही है ना फिर नाले याद भी आ गया होना तुहानूं उस तो बाद देखो जी सैकेंड फार्मूला देखो इहदे विच जिहड़ा सैकेंड फार्मूला है या सैकेंड लॉ है मान लो तुहाडे कोले x की पावर m दैन तुसी डिवाइड दा साइन पाता दैन x की पावर n जदों आधार बराबर होण उन्हां विच भाग दा निशान होवे उत्थे डिवीजन दा साइन होवे तां पावर्स की हो जांदियां ने माइनस और माइनस लाइन वाइज करना पहला m है तो m फिर n पिछे ठीक है अच्छा जी हुण इहदे विच एग्जाम्पल वेखो मान लो यही चीज़ है तुहाडे कोल 2 टू पावर 3 डिवाइडेड बाय 2 टू पावर 5 तो तुसीं की करोगे 2 टू पावर पहला कौन आंदा पिया 3 फिर तुसीं देखोगे अच्छा दोनों दे की है तुहाडे कोले बेस सेम है आधार सेम है विच डिवीजन का निशान है पावर्स की हो जाएगी माइनस हो जाएगी और तुहाडे कोले आंसर कितना आ गया 2 टू पावर -2 ये आ गया तुहाडे कोले आंसर अच्छा जी उस तो बाद थर्ड देखो अगला फार्मूला है सपोज कर लो तुहाडे कोले हैगा x टू पावर m ठीक है फिर तुहाडे कोले ब्रैकेट पाई हुई है उन्होंने बाहर की लिखा हुआ है उन्होंने n इस टाइम की होगा जो एक पावर अंदर हो एक ब्रैकेट दे बाहर हो तो पावर्स आपस मल्टीप्लाई हो जानी है तुसीं की लिखोगे x टू पावर m इंटू n ठीक है अच्छा हुण इहदी एप्लीकेशन देखो ये तुहानूं किद्दां आ सकदा है मान लो तुहानूं इद्दां आ गया 7 की पावर 2 बाहर कितना आ गया 3 ठीक है तो तुसी की करोगे 7 की पावर 2 इंटू 3 कितना आ गया 7 की पावर 6 ठीक है लो फिर जे तुहानूं ये भी समझ लग गया अगला चलते हैं फोर्थ दे विच सपोज कर लो तुहाडे कोले बहुत सौखा x की पावर 0 जो x की पावर 0 हुंदा आंसर कितना आंदा 1 लो मेरी एग्जाम्पल जेकर मैं तुहानूं कहां 1000 ठीक है एरी पावर कितनी है 0 ਇਹਦਾ आंसर कितना होगा 1 किसी की भी पावर 0 होगी तो आंसर कितना होगा ਤੁਹਾਡੇ ਕੋਲੇ 1 ਆਊਗਾ ਉਸ ਤੋਂ ਬਾਅਦ ਦੇਖੋ ਜੀ फिफ्थ ਦੇ ਵਿੱਚ ਕੀ ਹੈ ਸਪੋਜ਼ ਕਰ ਲੈਂਦੇ ਆ ਸਾਡੇ ਕੋਲੇ ਹੈ x to power -m
ਅਗਰ ਸਾਡੇ ਕੋਲੇ x ਟੂ ਪਾਵਰ -m ਤਾਂ ਅਸੀਂ ਕੀ ਕਰਨਾ ਹੈ, ਜਿਹੜੀ ਇਹ ਪਾਵਰ ਹੈ, ਜਿਹੜੀ ਇਹ ਘਾਤ ਹੈ, ਮਾਈਨਸ ਦੀ ਨਹੀਂ ਰਹਿਣ ਦੇਣੀ। ਅਸੀਂ ਕੀ ਕਰਾਂਗੇ, ਇਹਨੂੰ ਉਲਟਾ ਦਾਂਗੇ। ਹੁਣ x ਦੇ ਥੱਲੇ ਕੀ ਹੈ, ਕੁਝ ਵੀ ਨਹੀਂ, ਮਤਲਬ ਕਿੰਨਾ ਮੰਨ ਲਾ 1, ਉਲਟਾਵਾਂਗੇ ਤਾਂ ਇਹਨੂੰ ਕੀ ਲਿਖਾਂ 1/x 1/x, ਨਾਲ ਦੀ ਨਾਲ ਇਹਦੀ ਪਾਵਰ ਕਿੰਨੀ ਬਣ ਗਈ ਤੁਹਾਡੇ ਕੋਲੇ m। ਪਹਿਲਾਂ ਕੀ ਸੀ -m ਸੀ, ਹੁਣ ਕੀ ਬਣ ਗਈ ਤੁਹਾਡੇ ਕੋਲੇ m ਬਣ ਗਈ। ਠੀਕ ਹੈ, ਕੀ ਆ ਗਿਆ ਤੁਹਾਡੇ ਕੋਲੇ, ਇਹ ਪਲੱਸ ਦਾ ਆ ਗਿਆ। ਠੀਕ, ਲਓ ਫॉर ਐਗਜ਼ਾਮਪਲ ਮੰਨ ਲਓ ਇਹਦੇ ਚ ਐਗਜ਼ਾਮਪਲ ਅਸੀਂ ਲੈ ਲੈਂਦੇ ਆ। ਮੰਨ ਲਓ ਤੁਹਾਨੂੰ ਦਿੱਤਾ ਹੋਇਆ 5 ਟੂ ਪਾਵਰ ਤੁਹਾਡੇ ਕੋਲ ਦਿੱਤਾ ਹੈ -6। ਠੀਕ ਹੈ, तो ਇਹਦਾ ਆਨਸਰ ਤੁਸੀਂ ਕਿੱਦਾਂ ਕੱਢੋਗੇ, ਤੁਸੀਂ ਕਹੋਗੇ ਅੱਛਾ 5 ਦੇ ਨੀਚੇ ਕੁਝ ਵੀ ਨਹੀਂ, 1 ਮੰਨ ਲਈਏ ਤੇ ਇਹਨੂੰ ਉਲਟਾ ਦਈਏ ਤੇ ਪਾਵਰ ਕੀ ਆ ਜੂਗੀ ਤੁਹਾਡੇ ਕੋਲੇ, ਪਾਵਰ ਆ ਜੂਗੀ ਤੁਹਾਡੇ ਕੋਲੇ ਪਲੱਸ ਦੀ ਪਾਵਰ। ਠੀਕ ਹੈ, ਇਹ ਹੋ ਗਿਆ 5th। ਉਸ ਤੋਂ ਬਾਅਦ ਦੇਖੋ ਤੁਹਾਡੇ ਕੋਲੇ 6th ਫਾਰਮੂਲਾ, ਇਹਦਾ ਜਿਹੜਾ 6th ਫਾਰਮੂਲਾ ਹੈ ਉਹ ਹੈ ਸਾਡੇ ਕੋਲੇ, ਸਪੋਜ਼ ਕਰ ਲਓ ਹੁਣ ਤੁਹਾਡੇ ਕੋਲੇ ਹੈ x ਟੂ ਪਾਵਰ m ਮਲਟੀਪਲਾਈ ਬਾय y ਟੂ ਪਾਵਰ m। ਹੁਣ ਧਿਆਨ ਨਾਲ ਦੇਖਿਓ ਫਰਕ ਹੈ, x y ਬੇਸ ਅਲੱਗ-ਅਲੱਗ ਹੋ ਗਏ, ਹੁਣ ਇਹ ਨਹੀਂ ਹੈਗਾ ਵਿੱਚ ਕਿਹੜਾ ਨਿਸ਼ਾਨ ਮਲਟੀਪਲਾਈ ਦਾ, ਪਾਵਰ ਕੀ ਹੈ ਸੇਮ, ਤਾਂ ਅਸੀਂ ਕੀ ਕਰਾਂਗੇ ਇਹਨੂੰ ਕੀ ਲਿਖਾਂਗੇ x into y, ਦੋਨਾਂ 'ਚ ਮਲਟੀਪਲਾਈ ਦਾ ਨਿਸ਼ਾਨ ਸੀ, ਮਲਟੀਪਲਾਈ ਦਾ ਨਿਸ਼ਾਨ, ਪਾਵਰ ਸਾਰਿਆਂ ਦੀ ਕੀ ਕਰਦੀ ਹੈ ਕਾਮਨ, ਕਿਉਂ ਦੋਨਾਂ ਦੀ ਪਾਵਰ ਕੀ ਹੈ ਸੇਮ। ਮੰਨ ਲਓ ਤੁਹਾਡੇ ਕੋਲੇ ਇਹਦੇ 'ਚ ਐਗਜ਼ਾਮਪਲ ਹੈ, ਮੰਨ ਲਓ ਤੁਸੀਂ ਲਿਖਿਆ 7 ਟੂ ਪਾਵਰ 2 into 8 ਟੂ ਪਾਵਰ 2, 7 ਦੀ ਘਾਤ 2 ਗੁਣਾ 8 ਦੀ ਘਾਤ 2, ਤਾਂ ਤੁਸੀਂ ਦੇਖਿਆ ਅੱਛਾ ਆਧਾਰ ਤਾਂ ਬਰਾਬਰ ਹੈ ਨਹੀਂ, ਬੇਸ ਤਾਂ ਬਰਾਬਰ ਹੈ ਨਹੀਂ, ਪਰ ਪਾਵਰ ਸੇਮ ਹੈ। ਪਾਵਰ ਕਰਤੀ ਇਕੱਠੀ, ਨਾਲ ਕਿੰਨਾ ਆ ਗਿਆ 7 into 8, ਕਿੰਨਾ ਆ ਗਿਆ ਤੁਹਾਡੇ ਕੋਲੇ 56 ਟੂ ਪਾਵਰ 2। ਠੀਕ ਹੈ, ਅੱਛਾ ਜੀ। ਉਸ ਤੋਂ ਬਾਅਦ ਇੱਕ ਹੋਰ ਦੇਖ ਲਓ ਤੁਹਾਡੇ ਕੋਲੇ 7th ਫਾਰਮੂਲਾ, ਸਪੋਜ਼ ਕਰ ਲਓ ਤੁਹਾਡੇ ਕੋਲੇ ਹੈਗਾ x ਟੂ ਪਾਵਰ m ਡਿਵਾਈਡਡ ਬਾय y ਟੂ ਪਾਵਰ m। ਠੀਕ ਹੈ, x ਟੂ ਪਾਵਰ m ਡਿਵਾਈਡਡ ਬਾय y ਟੂ ਪਾਵਰ m, ਇਹਨੂੰ ਤੁਸੀਂ ਕੀ ਲਿਖ ਸਕਦੇ ਹੋ, ਤੁਸੀਂ ਕਹੋਗੇ ਅੱਛਾ ਜੀ x by y ਸਾਰੇ ਦੀ ਪਾਵਰ ਕੀ ਲਿਖ ਲਓ m ਲਿਖ ਲਓ। ਤਾਂ ਇਹਦੀ ਐਗਜ਼ਾਮਪਲ ਵੀ ਬੜੀ ਸੌਖੀ ਹੈ। ਚਲੋ ਅਸੀਂ ਕੀ ਕਰ ਲੈਂਦੇ ਆ, ਮੰਨ ਲੈਂਦੇ ਆ 7 ਟੂ ਪਾਵਰ 2 ਸੀ ਡਿਵਾਈਡਡ ਬਾय 8 ਟੂ ਪਾਵਰ ਕਿੰਨਾ ਸੀ 2, ਤਾਂ ਅਸੀਂ ਇਹਨੂੰ ਕੀ ਲਿਖ ਸਕਦੇ ਆ, ਇਹਨੂੰ ਲਿਖ ਸਕਦੇ ਆ 7/8 ਸਾਰੇ ਦੀ ਪਾਵਰ 2। ਠੀਕ ਹੈ, ਤਾਂ ਹੁਣ ਦੇਖ ਲਓ ਕਿੰਨੇ ਫਾਰਮੂਲੇ ਆ ਤੁਹਾਡੇ ਕੋਲੇ, ਟੋਟਲ 7 ਫਾਰਮੂਲੇ ਹੈ ਕਿਹਦੇ ਵਿੱਚ, ਲਾਜ਼ ਆਫ ਐਕਸਪੋਨੈਂਟਸ, ਘਾਤਾਂ ਦੇ ਨਿਯਮ ਦੇ ਵਿੱਚ। ਔਰ ਇਹ 7 ਦੇ 7 ਫਾਰਮੂਲੇ ਤੁਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਆਪਣੇ ਮੈਮਰੀ ਬਾਕਸ ਦੇ ਵਿੱਚ, ਠੀਕ ਹੈ, ਫੀਡ ਕਰ ਲੈਣੇ ਆ ਕਿ ਤੁਹਾਨੂੰ ਚਾਹੇ ਫਾਰਮੂਲੇ ਆਣ ਇੱਕ ਨੰਬਰ ਦੇ ਵਿੱਚ, ਚਾਹੇ ਤੁਹਾਨੂੰ ਵੱਡਾ ਕੁਐਸਚਨ ਆਏ, ਤੁਹਾਡਾ ਕੁਝ ਵੀ ਗਲਤ ਨਹੀਂ ਹੋਣਾ ਚਾਹੀਦਾ। ਹੁਣ ਆਪਾਂ ਸਟਾਰਟ ਕਰਦੇ ਹਾਂ ਆਪਣੀ 12.1 ਤੋਂ। ਲੋ फर्स्ट क्वेश्चन है 12.1 ਦਾ ਮੁੱਲ ਪਤਾ ਕਰੋ, फाइंड द वैल्यू। ठीक है, फर्स्ट क्वेश्चन ਦਾ ਜੋ फर्स्ट पार्ट है वो है ਤੁਹਾਡੇ ਕੋਲੇ 3 टू पावर -2। ਹੁਣ ਕੀ ਕਰਨਾ ਹੈ, ਜਦੋਂ ਤੁਹਾਨੂੰ ਦਿਖਦਾ ਪਿਆ ਕਿ ਜਿਹੜੀ ਪਾਵਰ ਹੈ, ਜਿਹੜੀ ਘਾਤ ਹੈ ਉਹ ਮਾਈਨਸ ਦੀ ਹੈ, ਪਹਿਲਾਂ ਫਟਾਫਟ ਇਹਨੂੰ ਪਲੱਸ ਦੀ ਬਣਾਓ। ਤੁਸੀਂ ਕੀ ਕਹੋਗੇ 3 ਦੇ ਬਟੇ 'ਚ ਕੁਛ ਨਹੀਂ ਹੈ, 1 ਲਿਖ ਲਈਏ ਤੇ ਉਲਟਾ ਦਈਏ ਫਿਰ ਇਹਨੂੰ। ਅੱਛਾ ਜੀ, ਉਲਟਾਤਾ ਤੇ ਨਾਲ ਹੀ ਜਿਹੜੀ ਪਾਵਰ ਹੋਗੀ ਉਹ ਕਿਹੜੀ ਹੋਗੀ, ਪਲੱਸ ਦੀ ਹੋਗੀ। ਅੱਛਾ, ਹੁਣ 1/3 टू पावर 2 ਦਾ ਮਤਲਬ 3 ਦੀ ਘਾਤ 2 ਦਾ ਮਤਲਬ 3 ਗੁਣਾ 3 है ना। तो कितना आंसर लिखा है ਇਹਦਾ 1 बटा कितना आ गया 3 गुना 3 9। ठीक है, तो ਇਹ ਤੁਹਾਡੇ ਕੋਲੇ ਕੀ ਆ ਗਿਆ, ਇਹਦਾ ਆਨਸਰ ਆ ਗਿਆ ਫਰਸਟ ਪਾਰਟ ਦਾ। ਉਸ ਤੋਂ ਬਾਅਦ ਆਂਦਾ ਹੈ ਤੁਹਾਡੇ ਕੋਲੇ ਇਹਦਾ ਸੈਕਿੰਡ ਪਾਰਟ ਹੈ ਫਾਈਂਡ ਦ ਵੈਲਿਊ ਆਫ, ਜਾਂ ਮੁੱਲ ਪਤਾ ਕਰੋ ਕਿ ਇਹਦਾ -4 टू पावर -2 ਦਾ। ठीक, लो फिर ਇਹਨੂੰ ਕਿੱਦਾਂ ਕਰਾਂਗੇ, देखिए ਇਹਨੂੰ ਕਰਨ ਵਾਸਤੇ ਅਸੀਂ ਕੀ ਕਰਾਂਗੇ, ਫਿਰ ਅਸੀਂ ਦੇਖਾਂਗੇ ਕਿ ਆ ਪਾਵਰ ਕੀ ਹੈ, ਮਾਈਨਸ ਹੈ, ਤਾਂ ਇਹਦੇ ਅਸੀਂ ਕੀ ਕਰੀਏ ਬਟੇ ਦੇ ਵਿੱਚ 1 ਲਿਖ ਲਈਏ, ਫਿਰ ਕੀ ਕਰੀਏ ਉਲਟਾ ਦਈਏ, ਕਿੰਨਾ ਆ ਗਿਆ 1, ਨਾਲੇ ਕੀ ਲਿਖਾਂ -4, ਇਹਦੀ ਪਾਵਰ ਕਿੰਨੀ ਹੋ ਗਈ 2। ਹੁਣ ਇਹ ਨਹੀਂ ਕਰ ਦੇਣਾ, ਭਲੇਖਾ ਨਹੀਂ ਖਾ ਜਾਣਾ, ਆ ਮਾਈਨਸ ਨਹੀਂ ਉਡਾ ਦੇਣੀ, ਇਹ ਮਾਈਨਸ ਲੱਗੀ ਰਹਿਣ ਦੇਣੀ ਹੈ। ਸਿਰਫ ਜਿਹੜੀ ਪਾਵਰ ਹੈ ਘਾਤ ਹੈ ਉਹਦੀ ਪਾਵਰ ਕੀ ਹੋ ਜਾਣੀ ਹੈ, ਪਲੱਸ ਦੀ ਹੋਗੀ। ਅੱਛਾ ਜੀ, ਫਿਰ ਤੁਹਾਡੇ ਕੋਲੇ ਹੁਣ ਧਿਆਨ ਨਾਲ ਦੇਖੋ, ਜਦੋਂ ਪਾਵਰ ਈਵਨ ਹੁੰਦੀ ਹੈ, ਮਾਈਨਸ ਕੀ ਬਣ ਜਾਂਦਾ ਹੈ, ਪਲੱਸ, ਯਾਦ ਆ ਨਾ। ਔਰ 4 टू पावर 2, ਚਲੋ ਇਸ ਨੂੰ ਇਸ ਤਰੀਕੇ ਨਾਲ ਸਮਝੋ, ਤੁਹਾਡੇ ਕੋਲੇ ਕੀ ਹੈ -4 ਦੀ ਪਾਵਰ ਜਿਹੜੀ 2 ਆ, ਉਹ ਐਕਚੁਅਲ ਦੇ ਵਿੱਚ ਕੌਣ ਹੈ, ਉਹ ਮਾਈਨਸ ਦੀ ਵੀ 2 ਆ ਇਨਟੂ 4 ਦੀ ਵੀ ਕੀ ਹੈ 2। ਹੁਣ ਜਦੋਂ ਮਾਈਨਸ ਦੀ ਪਾਵਰ ਈਵਨ ਹੁੰਦੀ ਹੈ, ਆਨਸਰ ਕਿਹੜਾ ਹੋ ਜਾਂਦਾ ਹੈ ਪਲੱਸ ਦਾ, ਤੇ 4 ਸਕੁਅਰ ਕਿੰਨਾ ਹੁੰਦਾ 16। तो सिंपल ਤੁਹਾਡੇ ਕੋਲੇ ਆਨਸਰ ਕਿੰਨਾ ਆ ਗਿਆ 1/16। ਠੀਕ ਹੈ, ਹੁਣ ਕਿਸੇ ਨੇ ਇਹ ਚੀਜ਼ ਇੱਥੇ ਹੀ ਸੋਚ ਲੈਣੀ ਆਪਣੇ ਦਿਮਾਗ ਦੇ ਵਿੱਚ, ਕਿਸੇ ਨੇ ਦਾ ਸਾਈਡ ਤੇ ਕਰਕੇ ਕਰ ਦੇਣੀ ਹੈ, ਕੋਈ ਗਲਤ।
ਇਦਾਂ ਵੀ ਕਰ ਸਕਦੇ, ਇਹਦੇ 'ਚ ਵੀ ਕੋਈ ਗਲਤੀ ਨਹੀਂ ਹੈ। ਠੀਕ ਹੈ, ਤੁਸੀਂ ਲਿਖ ਵੀ ਸਕਦੇ ਹੋ, ਡਾਇਰੈਕਟ ਵੀ ਕਰ ਸਕਦੇ ਹੋ। ਮੈਂ ਤਾਂ ਕਹਾਂਗੀ ਲਿਖ ਕੇ ਕਰੋ। ਅੱਛਾ ਜੀ, ਉਸ ਤੋਂ ਬਾਅਦ ਦੇਖੋ ਜੀ ਥਰਡ ਕੁਐਸਚਨ, ਜਿਹੜਾ ਸਾਡੇ ਕੋਲ ਇਹਦਾ ਥਰਡ ਕੁਐਸਚਨ ਹੈ ਉਹ ਹੈਗਾ 1/2 ਟੂ ਪਾਵਰ -5, 1/2 ਦੀ ਘਾਤ -5। ਹੁਣ ਪਹਿਲਾਂ ਕੀ ਕਰਨਾ, ਘਾਤ ਪਲੱਸ ਦੀ ਕਰਨੀ ਹੈ, ਕੀ ਕਰੀਏ, ਉਲਟਾ ਦਈਏ, ਉਲਟਾ ਦੋ, 2 ਉੱਪਰ ਚਲਾ ਜਾਊਗਾ, ਬਟੇ 'ਚ 1 ਅਸੀਂ ਨਹੀਂ ਲਿਖਦੇ। ਠੀਕ ਹੈ, ਕਿੰਨੀ ਪਾਵਰ ਹੋ ਗਈ ਹੁਣ, ਪਲੱਸ ਦੀ 5 ਹੋ ਗਿਆ, 5 ਪਲੱਸ ਦਾ। ਲਓ ਹੁਣ ਕੀ ਕਰਨਾ, 2 ਨੂੰ ਮਤਲਬ 2 ਦੇ ਨਾਲ ਕਿੰਨੀ ਵਾਰੀ ਮਲਟੀਪਲਾਈ ਕਰਨਾ, 5 ਟਾਈਮਸ, 5 ਵਾਰੀ ਮਲਟੀਪਲਾਈ ਕਰਨਾ। ਔਰ ਕਿੰਨਾ ਆਨਸਰ ਆਉਂਦਾ ਹੈ ਤੁਹਾਡੇ ਕੋਲੇ, 32। ਨਾਲ ਤੁਸੀਂ ਕੀ ਲਿਖ ਦੇਣਾ, ਆਨਸਰ। ਠੀਕ ਹੈ, ਤਾਂ ਇਹ ਹੈ ਤੁਹਾਡੇ ਕੋਲੇ ਕੁਐਸਚਨ ਨੰਬਰ 1, ਫਾਈਂਡ ਦਾ ਵੈਲਿਊ। ਹੁਣ ਆਉਂਦੇ ਅਸੀਂ ਕੁਐਸਚਨ ਨੰਬਰ 2 ਤੇ। ਤਾਂ ਦੇਖੋ ਸੈਕਿੰਡ ਕੁਐਸਚਨ ਹੈ, ਸਰਲ ਕਰੋ ਅਤੇ ਉੱਤਰ ਨੂੰ ਧਨਾਤਮਕ ਘਾਤ ਅੰਕਾਂ ਦੇ ਰੂਪ ਵਿੱਚ ਦਰਸਾਓ। Simplify and express the result in power notation with positive exponents। ठीक है जी, सरल करना मतलब simplify करना मतलब दो नंबर ਜਿਹੜੇ ਨੇ ਉਹਨਾਂ ਵਿੱਚ ਜਿਹੜਾ ਨਿਸ਼ਾਨ ਲੱਗਾ ਹੋਇਆ ਉਹਨੂੰ ਹੱਲ ਕਰਨਾ। ਕਿਹੜਾ ਨਿਸ਼ਾਨ ਲੱਗਾ ਹੋਇਆ ਤੁਹਾਡੇ ਕੋਲੇ, ਡਿਵੀਜ਼ਨ ਦਾ, ਭਾਗ ਦਾ, ਉਹਨੂੰ ਤੁਸੀਂ ਕੀ ਕਰਨਾ ਹੈ, ਹੱਲ ਕਰਨਾ। ਠੀਕ ਹੈ, ਅੱਛਾ ਜੀ, ਫਿਰ ਜਿਹੜਾ ਆਨਸਰ ਹੈ ਉਹਨੂੰ ਕਿਹਦੇ ਵਿੱਚ ਲਿਖਣਾ ਹੈ, ਪੋਜ਼ਿਟਿਵ, ਉਹਦਾ ਜਿਹੜਾ ਘਾਤ ਅੰਕ ਹੋਣਾ ਚਾਹੀਦਾ ਉਹ ਜਮਾ ਦਾ ਹੋਣਾ ਚਾਹੀਦਾ ਹੈ। ਲਓ ਫਿਰ ਹੁਣ ਇਹਨੂੰ ਅਸੀਂ ਕਿੱਦਾਂ ਸੋਲਵ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਦੇਖਾਂਗੇ ਕਿ ਦੋਨਾਂ ਦੇ ਆਧਾਰ ਬਰਾਬਰ ਹੈ, ਦੋਨਾਂ ਦੇ ਬੇਸ ਸੇਮ ਹੈ, -4 ਸੇਮ ਹੈ, ਵਿੱਚ ਕਿਹੜਾ ਨਿਸ਼ਾਨ, ਡਿਵੀਜ਼ਨ ਦਾ। ਤਾਂ ਪਾਵਰਸ ਕੀ ਹੋ ਜਾਂਦੀਆਂ ਨੇ, ਪਾਵਰਸ ਕੀ ਹੋ ਜਾਂਦੀਆਂ ਨੇ, ਮਾਈਨਸ ਹੋ ਜਾਂਦੀਆਂ ਨੇ। 5 - 8 ਕਿੰਨਾ ਆ ਗਿਆ ਤੁਹਾਡੇ ਕੋਲੇ, -4 ਟੂ ਪਾਵਰ ਕਿੰਨਾ ਆ ਗਿਆ, ਹੁਣ 5 ਜਮਾ ਦਾ, 8 ਮਾਈਨਸ ਦਾ, ਦੋਨਾਂ ਦੇ ਉਲਟੇ ਨਿਸ਼ਾਨ ਹੈ, ਵਿਰੋਧੀ ਨਿਸ਼ਾਨ ਹੈ, ਆਪੋਜ਼ਿਟ ਸਾਈਨ ਹੈ। ਕੀ ਕਰਾਂਗੇ, ਵੱਡੇ ਚੋਂ ਛੋਟਾ ਮਾਈਨਸ ਕਰਾਂਗੇ। ਜਦੋਂ ਵੱਡੇ ਚੋਂ ਛੋਟਾ ਮਾਈਨਸ ਕੀਤਾ, ਆਨਸਰ ਕਿੰਨਾ ਆ ਗਿਆ, 3। ਪਰ ਨਿਸ਼ਾਨ ਕਿਹੜਾ ਲੱਗਣਾ, ਵੱਡੇ ਅੰਕ ਦਾ, ਵੱਡਾ ਕੌਣ ਹੈ, 8, ਮੂਰੇ ਕੀ ਲੱਗਿਆ, ਮਾਈਨਸ। ਠੀਕ ਹੈ, ਅੱਛਾ ਜੀ, ਪਾਵਰ ਕੀ ਹੋਗੀ, ਮਾਈਨਸ, ਬਟ ਉਹਨੇ ਤੁਹਾਨੂੰ ਕਿਹਾ ਆਨਸਰ ਕਿੱਚ ਕੱਢਣਾ, ਪਲੱਸ ਦੇ ਵਿੱਚ। ਤਾਂ ਕੀ ਕਰ ਦਵਾਂ, ਇਹਦੇ ਬਟੇ ਦੇ ਵਿੱਚ 1 ਮੰਨ ਲਵਾਂ, ਕਿੰਨਾ ਆ ਗਿਆ ਮੇਰੇ ਕੋਲੇ, 1/-4। ਆਹ ਵਾਲੀ ਮਾਈਨਸ ਨੂੰ ਕੁਝ ਨਹੀਂ ਹੋਣਾ, ਬਟ -3 ਕਿਹੜਾ ਬਣ ਜਾਣਾ ਤੁਹਾਡੇ ਕੋਲੇ, ਪਲੱਸ ਦਾ। ਬਸ ਇੰਨਾ ਹੀ ਆਨਸਰ ਅਸੀਂ ਕੱਢਣਾ ਹੈ। ਕਿਉਂ, ਕਿਉਂਕਿ ਉਹਨਾਂ ਨੇ ਕਿਹਾ ਸੋਲਵ ਕਰੋ, ਪਰ ਜਿਹੜਾ ਆਨਸਰ ਲਿਖਣਾ ਹੈ ਉਹ ਪਾਵਰ ਨੋਟੇਸ਼ਨ ਦੇ ਵਿੱਚ ਲਿਖਣਾ ਹੈ, ਤੇ ਪਾਵਰ ਕੀ ਹੋਣੀ ਚਾਹੀਦੀ, ਪੋਜ਼ਿਟਿਵ ਹੋਣੀ ਚਾਹੀਦੀ ਹੈ। ਰਾਈਟ, ਅੱਛਾ ਜੀ, ਹੁਣ ਸੈਕਿੰਡ ਕੁਐਸਚਨ ਦੇਖੋ। ਇਹਦੇ ਵਿੱਚ ਜਿਹੜਾ ਸਾਡੇ ਕੋਲੇ ਸੈਕਿੰਡ ਕੁਐਸਚਨ ਹੈ ਉਹ ਹੈਗਾ ਤੁਹਾਡੇ ਕੋਲੇ 1/2, ਇਹਦੀ ਪਾਵਰ 3 ਔਰ ਸਾਰੇ ਦੀ ਪਾਵਰ ਤੁਹਾਡੇ ਕੋਲੇ ਕਿੰਨੀ ਹੈ, 2। ਲਓ ਹੁਣ ਆ ਗਿਆ, ਜਦੋਂ ਇੱਕ ਪਾਵਰ ਅੰਦਰ ਹੈ, ਇੱਕ ਪਾਵਰ ਬਾਹਰ ਹੈ। ਅੱਛਾ ਜੀ, ਧਿਆਨ ਨਾਲ ਦੇਖੋ, ਪਹਿਲਾਂ ਇਹ ਜਿਹੜੀ 2 ਹੈ ਇਹ 1 ਦੀ ਵੀ ਪਾਵਰ ਹੈ ਤੇ 2 ਦੀ ਪਾਵਰ 3 ਦੀ ਵੀ ਪਾਵਰ ਹੈ। तो ਉੱਪਰ ਕੀ ਹੋ ਗਿਆ, 1 ਸਕੁਅਰ, ਹੇਠਾਂ ਕੀ ਹੋ ਗਿਆ, 2 ਟੂ ਪਾਵਰ 3, ਸਾਰੇ ਦੀ ਪਾਵਰ ਕਿੰਨੀ, 2। ਅੱਛਾ ਜੀ, 1 ਦਾ ਸਕੁਅਰ ਕਿੰਨਾ ਹੁੰਦਾ, 1 ਦਾ ਵਰਗ ਕਿੰਨਾ ਹੁੰਦਾ, 1 ਡਿਵਾਈਡ ਬਾय, ਹੁਣ ਕੀ ਕਰਾਂ, ਪਾਵਰ ਨੂੰ ਆਪਸ ਦੇ ਵਿੱਚ ਮਲਟੀਪਲਾਈ ਕਰਦਾ, ਔਰ ਮੇਰੇ ਕੋਲੇ ਕਿੰਨਾ ਆ ਗਿਆ, 1 ਡਿਵਾਈਡ ਬਾय 2 ਟੂ ਪਾਵਰ ਕਿੰਨਾ, 6। ਔਰ ਇਹ ਤੁਹਾਡੇ ਕੋਲੇ ਕੀ ਹੈ, ਇਹਦਾ ਆਨਸਰ। ਕਿਉਂ, ਪਾਵਰ ਅਸੀਂ ਕੀ ਰੱਖਣੀ ਹੈ, ਪਲੱਸ ਦੀ ਰੱਖਣੀ ਹੈ, ਔਰ ਆਨਸਰ ਨੂੰ ਐਕਸਪੋਨੈਂਟ ਫਾਰਮ ਦੇ ਵਿੱਚ ਲਿਖਣਾ ਹੈ। ਠੀਕ ਹੈ, ਉਸ ਤੋਂ ਬਾਅਦ ਦੇਖੋ ਜੀ, ਉਸ ਤੋਂ ਬਾਅਦ ਆਉਂਦਾ ਤੁਹਾਡੇ ਕੋਲੇ ਕੁਐਸਚਨ ਨੰਬਰ 3। ਲਓ ਜਿਹੜਾ ਕੁਐਸਚਨ ਨੰਬਰ 3 ਹੈ ਉਹਦੀ ਸਟੇਟਮੈਂਟ ਆ ਤੁਹਾਡੇ ਕੋਲੇ ਕਿੰਨੀ, -3 ਟੂ ਪਾਵਰ 4 ਇਨਟੂ 5/3 ਟੂ ਪਾਵਰ 4। ਠੀਕ ਹੈ, ਲਓ ਵੇ ਹੁਣ ਫਿਰ ਉਹੀ ਚੀਜ਼ ਆ ਗਈ। ਦੇਖੋ ਸਭ ਤੋਂ ਪਹਿਲਾਂ ਕੀ ਹੈ, ਆ ਦੇਖੀਏ, ਮਾਈਨਸ ਦੀ ਪਾਵਰ 4, ਮਾਈਨਸ ਦੀ ਪਾਵਰ ਇੱਕ ਈਵਨ ਨੰਬਰ ਹੈਗੀ ਹੈ। ਤਾਂ ਕੀ ਹੋ ਜਾਊਗਾ, ਇਹ ਮਾਈਨਸ ਕੀ ਹੋ ਜਾਊਗਾ, ਜਿਹਨੂੰ ਜਿਹੜਾ ਇੱਥੇ ਨਹੀਂ ਕਰੂਗਾ ਉਹ ਇਧਰ ਸਾਈਡ ਤੇ ਵੀ ਕਰ ਸਕਦਾ ਹੈ ਕਿ -3 ਟੂ ਪਾਵਰ 4 ਦਾ ਮਤਲਬ ਕੀ ਹੈ, ਮਾਈਨਸ ਦੀ ਵੀ ਪਾਵਰ 4 ਹੈ ਇਨਟੂ 3 ਦੀ ਵੀ ਪਾਵਰ ਕਿੰਨੀ ਹੈ, 4। ਤੇ ਮਾਈਨਸ ਦੀ ਪਾਵਰ ਜਦੋਂ ਇੱਕ ਈਵਨ ਨੰਬਰ ਹੁੰਦੀ ਹੈ, ਆਨਸਰ ਕਿਹੜਾ ਆ ਜਾਂਦਾ, ਪਲੱਸ ਦਾ, ਤੇ 3 ਦੀ ਪਾਵਰ 4 ਨੂੰ 3 ਦੀ ਪਾਵਰ 4 ਹੀ ਰਹਿਣ ਦੋ ਹੱਲੇ। ਠੀਕ ਹੈ, ਤਾਂ ਤੁਹਾਡੇ ਕੋਲੇ ਕਿੰਨਾ ਆ ਗਿਆ, ਇੱਥੇ 3 ਦੀ ਪਾਵਰ 4 ਆ ਗਿਆ। ਤੁਸੀਂ ਇਹਨੂੰ ਥੋੜਾ ਜਿਹਾ ਸੋਲਵ ਕਰ ਲਿਆ। ਅੱਗੇ ਕਿੰਨਾ, ਦੇਖੋ ਅੱਗੇ 5/3, ਸਾਰੇ ਦੀ ਪਾਵਰ ਕਿੰਨੀ ਹੈ, 4। ਇਹਨੂੰ ਮੈਂ ਕੀ ਕਰਾਂ, ਉੱਪਰ ਲਿਖ ਲਾਂ ਮੈਂ 5 ਟੂ ਪਾਵਰ 4, ਹੇਠਾਂ ਲਿਖ ਲਾਂ ਮੈਂ 3 ਟੂ ਪਾਵਰ 4, ਲਿਖ ਸਕਦੇ ਇਦਾਂ। ਹੁਣ ਅਸੀਂ ਦੇਖਿਆ ਆ ਤੇ ਆ ਦੋਨੋਂ ਕੱਟੇ ਗਏ ਕਿਉਂਕਿ ਸੇਮ ਸੀ ਔਰ ਉੱਪਰ ਥੱਲੇ ਪਏ ਹੋਏ ਸੀ। ਕਿੰਨਾ ਬਚ ਗਿਆ ਤੁਹਾਡੇ ਕੋਲੇ, 5 ਟੂ ਪਾਵਰ 4, ਔਰ ਇਹ ਤੁਹਾਡੇ ਕੋਲੇ ਕੀ ਹੈ, ਇਹਦਾ ਆਨਸਰ। ਠੀਕ ਹੈ, ਇਸ ਤਰੀਕੇ ਦੇ ਨਾਲ ਅਸੀਂ ਸੈਕਿੰਡ ਕੁਐਸਚਨ ਦੇ ਤਿੰਨੋਂ ਪਾਰਟ ਸੋਲਵ।
ਨੈਕਸਟ ਦੇਖੋ ਫੋਰਥ ਪਾਰਟ ਹੈ ਇਹਦਾ, ਤੁਹਾਨੂੰ ਬ੍ਰੈਕਟ ਦੇ ਵਿੱਚ ਕੀ ਦਿੱਤਾ ਹੋਇਆ 3 to power minus 7 then divided by 3 to power minus 10 ਫਿਰ into 3 to power minus 5 ਲਓ। तो ਕੀ ਕਰਾਂਗੇ ਅਸੀਂ ਪਹਿਲਾਂ ਬ੍ਰੈਕਟ ਹੱਲ ਕਰਾਂਗੇ। ਬॉड ਮਾਸ ਕੀ ਕਹਿੰਦਾ, ਬॉड ਮਾਸ ਕਹਿੰਦਾ ਪਹਿਲਾਂ ਹਮੇਸ਼ਾ ਕੀ ਹੱਲ ਕਰੋ, ਪਹਿਲਾਂ ਕਿਹਨੂੰ ਸੋਲਵ ਕਰੋ, ਬ੍ਰੈਕਟ ਨੂੰ। ਚਲੋ ਬ੍ਰੈਕਟ ਦੇ ਵਿੱਚ ਆ ਜਾਓ, ਬੇਸ ਸੇਮ ਹੈ, ਆਧਾਰ ਦੋਨਾਂ ਦੇ ਬਰਾਬਰ ਹੈ 3, ਠੀਕ ਹੈ ਜੀ, ਇੱਕ ਵਾਰੀ ਲਿਖ ਲਿਆ 3। ਅੱਛਾ ਜੀ, ਵਿੱਚ ਕਿਹੜਾ ਨਿਸ਼ਾਨ, ਡਿਵੀਜ਼ਨ ਦਾ, ਪਾਵਰ ਕੀ ਹੋਣਗੀ ਆ ਮਾਈਨਸ, ਧਿਆਨ ਨਾਲ ਹੁਣ ਕਰਨਾ, ਠੀਕ ਹੈ। ਪਹਿਲਾਂ ਕਿੰਨਾ -7 ਲਿਖ ਲਿਆ, ਫਿਰ ਕੀ ਆਊਗਾ ਮਾਈਨਸ, ਫਿਰ ਕਿਉਂਕਿ 10 ਦੇ ਨਾਲ ਵੀ ਮਾਈਨਸ ਲੱਗਾ ਉਹਨੂੰ ਮੈਂ ਕਿਹਦੇ ਚ ਲਿਖ ਦਿੱਤਾ, ਬ੍ਰੈਕਟ ਦੇ ਵਿੱਚ ਲਿਖਤਾ, ਔਰ ਇਹਨੂੰ ਸਾਰੇ ਨੂੰ ਇੱਕ ਬ੍ਰੈਕਟ ਚ ਬੰਦ ਕਰੋ, ਕਰਤਾ। ਬਾਹਰ ਕੀ ਹੈ 3, ਇਹਦੀ ਪਾਵਰ ਕਿੰਨੀ ਹੈ -5, ਠੀਕ ਹੈ ਜੀ। ਉਸ ਤੋਂ ਬਾਅਦ ਫਿਰ ਅੰਦਰ ਕੀ ਆਇਆ ਤੁਹਾਡੇ ਕੋਲੇ 3, ਇਹਦੀ ਪਾਵਰ -7, ਅੱਛਾ ਜੀ, ਮਾਈਨਸ ਇੰਟੂ ਮਾਈਨਸ ਕਿੰਨਾ ਹੁੰਦਾ ਪਲੱਸ, ਪਲੱਸ ਨਾਲ ਕਿੰਨਾ ਹੋ ਗਿਆ ਤੁਹਾਡੇ ਕੋਲੇ 10, ਅੱਛਾ ਜੀ। ਬਾਹਰ ਕਿੰਨਾ ਤੁਹਾਡੇ ਕੋਲੇ 3 to power -5, ਅੱਛਾ ਜੀ। ਅੱਗੇ ਆ ਜਾਓ ਅੰਦਰ, ਹੁਣ 3 ਦੀ ਪਾਵਰ ਅੰਦਰ ਕਿੰਨੀ ਹੋਗੀ, ਧਿਆਨ ਨਾਲ ਦੇਖੋ, -7 + 10 ਦੋਨੋਂ ਆਪੋਜ਼ਿਟ ਸਾਈਨ ਦੇ ਕੀ ਹੋਊਗਾ, ਵੱਡੇ ਚੋਂ ਛੋਟਾ ਮਾਈਨਸ, ਵੱਡੇ ਛੋਟਾ ਮਾਈਨਸ ਕੀਤਾ, ਪਾਵਰ ਕਿੰਨੀ ਆ ਗਈ 3, ਵੱਡੀ ਸੰਖਿਆ ਕਿਹੜੀ 10, ਤਾਂ ਇਸ ਕਰਕੇ ਪਲੱਸ ਦਾ, ਤੇ ਆਨਸਰ ਵੀ ਕੀ ਆਇਆ ਉੱਪਰ ਪਲੱਸ ਦਾ। ਅੱਗੇ ਕੌਣ ਹੈ ਇੰਟੂ 3 to power ਕਿੰਨਾ -5। ਹੁਣ ਕੀ ਕਰਾਂਗੇ ਦੇਖੋ ਧਿਆਨ ਦੇਣਾ, ਫਿਰ ਅਸੀਂ ਦੇਖਾਂਗੇ ਆਧਾਰ ਦੋਨਾਂ ਦੇ ਸੇਮ ਹੈ, ਠੀਕ ਹੈ ਜੀ। ਫਿਰ ਅਸੀਂ ਵੀ ਲਿਖ ਲਿਆ ਇੱਕ ਵਾਰੀ, ਵਿੱਚ ਕਿਹੜਾ ਨਿਸ਼ਾਨ ਮਲਟੀਪਲਾਈ ਦਾ, ਪਾਵਰਸ ਕੀ ਹੋਣਗੀਆਂ ਐਡ, ਕੀ ਕਰਾਂ 3 + -5, ਬ੍ਰੈਕਟ ਚ ਲਿਖਣਾ -5 ਨੂੰ, ਨਹੀਂ ਤਾਂ ਗੜਬੜ ਹੋ ਸਕਦੀ ਹੈ, ਠੀਕ ਹੈ ਜੀ। 3 to power ਕਿੰਨਾ ਆ ਗਿਆ ਤੁਹਾਡੇ ਕੋਲੇ, ਕੀ ਹੋ ਗਿਆ 3 प्लस इंटू माइनस माइनस 5 कितना आ गया ਤੁਹਾਡੇ ਕੋਲੇ 3 to power कितनी आ गया, की लिखा मैं कौन ਵੱਡਾ 5, 5 ਤੋਂ 3 ਮਾਈਨਸ ਕਰੋ 2, ਪਰ ਨਿਸ਼ਾਨ ਕਿਹੜਾ ਮਾਈਨਸ ਦਾ। ਅੱਛਾ ਹੁਣ ਇਹਦੇ ਬਟੇ ਚ ਕਿੰਨਾ ਲਿਖਣਾ 1, ਕਿੰਨਾ ਆਨਸਰ ਆ ਗਿਆ 1/3, ਇਹਦੀ ਪਾਵਰ ਕਿੰਨੀ ਲਿਖਾਂ 2, ਠੀਕ ਹੈ। तो इस तरीके ਦੇ ਨਾਲ ਅਸੀਂ ਇਹਦਾ फोर्थ पार्ट भी की कर लिया ਤੁਹਾਡੇ ਕੋਲੇ सॉल्व कर लिया। अच्छा ਹੁਣ ਜਿਹੜਾ ਇਹਦਾ 5th ਪਾर्ट ਹੈ ਉਹ ਇਹਦੇ ਸਾਹਮਣੇ ਸॉल्व कर ਲਾਂਗੇ। ਲਓ ਜੀ 5th ਪਾर्ट ਦੇ ਵਿੱਚ ਤੁਹਾਡੇ ਕੋਲੇ ਕੀ ਹੈ, ਧਿਆਨ ਨਾਲ ਦੇਖੋ, ਤੁਹਾਡੇ ਕੋਲੇ ਹੈ 2 to power -3 into -7 to power -3, 2 ਦੀ ਪਾਵਰ -3 ਗੁਣਾ -7 ਦੀ ਪਾਵਰ -3। ਹੁਣ ਦੇਖੋ ਕੀ ਕਰੀਏ, ਤੁਸੀਂ ਇੱਕ ਚੀਜ਼ ਦੇਖ ਲਿਓ ਨਹੀਂ ਫਟਾਫਟ ਕਿ ਆਧਾਰ ਬਰਾਬਰ ਨਹੀਂ ਹੈ, ਨਹੀਂ ਹੈ, ਚਲੋ ਪਰ ਪਾਵਰ ਸੇਮ ਹੈ, ਕੀ ਕਰੀਏ 2 into -7 ਲਿਖ ਲਾਂ, ਔਰ ਸਾਰੇ ਦੀ ਪਾਵਰ ਕਿੰਨੀ ਕਰਦਾ -3 ਕਰਤੀ। ਅੱਛਾ ਜੀ, ਉਸ ਤੋਂ ਬਾਅਦ ਦੇਖੋ 2 प्लस ਦਾ ਤੇ 7 ਮਾਈਨਸ ਦਾ ਕੀ ਹੁੰਦੇ ਵੇ ਮਲਟੀਪਲਾਈ, प्लस इंटू माइनस माइनस, तो 2 into 7 14, ठीक है। 2 प्लस ਦਾ ਸੀਗਾ ਨਾ, तो प्लस जो प्लस माइनस ਦਾ ਗੁਣਾ ਹੁੰਦੀ ਆਨਸਰ ਕੀ ਆਂਦਾ ਮਾਈਨਸ ਦਾ। ਅੱਛਾ ਓਵਰਆਲ ਪਾਵਰ ਕਿੰਨੀ -3, ਹੁਣ ਇਹ -3 ਨੂੰ ਕੀ ਕਰੀਏ ਬਣਾ ਲਈਏ ਜਮਾ ਦੀ, ਕੀ ਕਰੀਏ ਇਹਦੇ ਬਟੇ ਚ ਕਿੰਨਾ ਲਿਖ ਲਈਏ 1, ਕਿੰਨਾ ਆ ਗਿਆ ਤੁਹਾਡੇ ਕੋਲੇ 1/-14, ਹੁਣ ਇਹਦੀ ਪਾਵਰ ਕਿਹੜੀ ਬਣ ਗਈ ਪਲੱਸ ਦੀ, ਔਰ ਇਹ ਤੁਹਾਡੇ ਕੋਲੇ ਕੀ ਆ ਗਿਆ ਇਹਦਾ ਆਨਸਰ ਆ ਗਿਆ। तो इस तरीके दे नाल तुहाडा जिहड़ा सैकेंड पार्ट है, ठीक है, पूरे दा पूरा की हुंदा है सॉल्व हुंदा है। उस तो बाद चलते हैं असी थर्ड पार्ट ते। जो थर्ड पार्ट है उहदे च की है फाइंड द वैल्यू मुल पता करना, ठीक है। उन्होंने कुछ नहीं किया, घात जमा दी माइनस दी कुछ नहीं है, जो सिर्फ सिंपलीफाई करना है, इनू हल करना जिन्नी सोहने तो सोहने तरीके ना, और गलत नहीं होने देना बिल्कुल। चलो पहला ब्रैकेट सॉल्व करांगे। ब्रैकेट दे विच की है 3 to power 0, ਤੁਹਾਨੂੰ ਪਤਾ ਕਿਸੇ ਦੀ ਵੀ ਪਾਵਰ 0 ਹੈ, ਆਨਸਰ ਕਿੰਨਾ ਆਉਂਦਾ 1। ਲਓ 3 to power 0 ਨੂੰ ਅਸੀਂ 1 ਲਿਖ ਲਿਆ, ਉਸ ਤੋਂ ਬਾਅਦ ਪਲੱਸ 4 ਦੀ ਪਾਵਰ ਕਿੰਨੀ ਹੈ -1, तो प्लस ਦੀ ਕਰੀਏ 4 ਦੇ ਬਟੇ ਚ ਕੁਛ ਨਹੀਂ ਹੈ, 1 ਮੰਨ ਲਾ, ਕਿੰਨਾ ਹੋ ਗਿਆ 1/4 ਹੋ ਗਈ ਪਾਵਰ ਪਲੱਸ ਦੀ ਇਨਟੂ 2 to power 3। ਅੱਛਾ ਜੀ ਹੁਣ ਕੀ ਕਰਨਾ ਦੇਖੀਏ, ਹੁਣ ਤੁਹਾਡੇ ਕੋਲੇ ਅੰਦਰ ਦੋ ਰਕਮਾਂ ਜਿਹੜੀਆਂ ਐਡ ਹੋਣੀਆਂ ਚੋਂ ਇੱਕ ਪਿੰਨ ਆ, है ना, एक फ्रैक्शन आ गई। हुण एक दे बटे च कुछ नहीं है, कितना मान ला 1, हुण तुहानूं पता 1 ते 4 दा एलसीएम कितना आंदा हुंदा 4, किसी दा भी एलसीएम जो असीं एक दे नाल चैक करदे हां ते दूसरी संख्या आ जांदी है। अच्छा हुण देखो साइड ते रफ काम भी करना, 1/1 नूं कितना मल्टीप्लाई करां कि बटे दे विच 4 आ जाए, तुसीं कहोगे 4 ना ऊपर भी 4 ना, चलो ऊपर आ गया 4, इत्थे लिख ला 4 प्लस तुहाडे कोल 1/4 नूं कितना मल्टीप्लाई करां कि बटे दे विच 4 आ जाए, 1 ना ऊपर भी 1 ना, ऊपर कितना आ गया 1 into 1 1, ठीक। और बाहर तुहाडे कोल 2,
हुण अगे देखो ध्यान देना, उपर कितना बन गया 5, हेठा कितना बन गया 4 इंटू 2 टू पावर कितनी 3। हुण सॉल्व करना रह गया, देखिए की करा 5 इंटू आ की करा उपर 2 इंटू 2 इंटू 2 लिख ला डिवाइड बाय कितना तले 4। अच्छा 2 एकम 2, 2 दूनी 4, 2 एकम 2, 2 एकम 2 कैंसल हो गए, कितना बच गया 5 इंटू 2, कितना आंसर आ गया तुहाडे कोले 10। ठीक है, तो इस तरीके दे नाल असीं इहनूं की कर लिया सिंपलीफाई कर लिया। उस तो बाद आओ क्वेश्चन नंबर सैकेंड ते लो। क्वेश्चन नंबर सैकेंड जो है वो हैगा साडे कोले 2 टू पावर -1 इंटू 4 टू पावर -1। ठीक है जी, नाल तुहाडे कोले की है डिवाइड बाय 2 टू पावर -2। तो ये है तुहाडे कोले सैकेंड क्वेश्चन। लो हुण इहनूं की करिए ध्यान दे नाल, पहला ब्रैकेट सॉल्व करांगे। चलो जी ब्रैकेट दे विच आ जाओ। ब्रैकेट दे विच जदों असीं लिखदे वे हैं ध्यान देना, असीं की कीता 2 टू पावर -1 नूं 2 टू पावर -1 ही रहन ता। 4 किद्दां बनदा, तुहानूं पता 4 किद्दां बनदा, तुसीं कहोगे 4 बनदा 2 इंटू 2 करन देना। तुसीं 4 नूं लिख लिया 2 इंटू 2, बाहर पावर -1 दी -1 ही रहन ती ते नाल की चलिया होया तुहाडे कोले 2 टू पावर -2 चलिया रहन दो। ठीक है जी, उस तो बाद हुण अगे की होगा देखिए 2 टू पावर -1 है रहन दो इंटू 2 कितनी बारी आ रहा, 2 बारी आ रहा, इनू इधर लिख ला 2 टू पावर 2, बाहर सारी दी पावर कितनी -1 डिवाइडेड बाय 2 टू पावर -2। ठीक है जी, अच्छा हुण फर्दर की करिए, देखिए ध्यान देना फर्दर की करिए इत्थे हुण 2 टू पावर -2 नूं -2 टू पावर -1 नूं -1 रहन ता इंटू हुण आ देखो एक पावर अंदर एक पावर बाहर की होणगी आपस मल्टीप्लाई हो जाणगियां और तुहाडे कोले कितना बन जाऊगा 2 टू पावर -2। 2 इंटू -1 -2 ही होया है ना। चलो नाल गया डिवाइड बाय 2 टू पावर -2 चलन दो। हुण देखो दोनों दे बेस सेम हो गए, विच मल्टीप्लाई दा निशान पावर्स की हो जाणगियां ऐड हो जाणगियां। तो मैं कितना लिख ला इनू 2 टू पावर -1 देन प्लस देन -2 देन बाहर की है डिवाइडेड बाय 2 टू पावर -2। इत्थे तक पहुंच गए। हुण उस तो बाद तुसीं की करना, देखिए ध्यान देना तुसीं की कीता 2 एदी पावर कितनी -1 प्लस इंटू -2 डिवाइडेड बाय 2 टू पावर -2। ठीक है, अच्छा हुण इनू इधर ले आंदे हैं आपां। तुहाडे कोले की आ गया ध्यान नाल देखो, तुहाडे कोले आ गया फाइनली 2 टू पावर -1 -2। जदों दोनों दे निशान सेम हुंदे ने तां ऐड हुंदा, चलो करता, पर दोनों दे नाल माइनस लगा ते इहदे नाल भी की आऊगा माइनस डिवाइडेड बाय 2 टू पावर -2। अच्छा जी हुण देखो दोनों दे की हो गए आधार सेम है, विच किहड़ा निशान है डिवीजन दा, ते पावर्स की होणगियां -2। कितना आ गया तुहाडे कोले 2 टू पावर कितना आ गया, देखिए -3 माइनस इंटू माइनस प्लस नाल कितना आ गया 2। तो अल्टीमेटली तुहाडे कोले 2 टू पावर कितना आ गया, वड्डे चो छोटा माइनस करिए क्योंकि दोनों के निशान अलग अलग है 1, पर वड्डे दे नाल माइनस इहदे नाल भी माइनस, प्लस दी बना दिए डिवाइड बाय 1 लिख ला, कितना हो गया 1/2, इहदी पावर कितनी होगी 1 और 1 असीं नहीं लिखते, तो फाइनली आंसर कितना आ गया 1/2। ठीक है, हुण आओ इहदे क्वेश्चन नंबर 3 ते। लो थर्ड क्वेश्चन है तुहाडे कोले 1/2 टू पावर -2 प्लस 1/3 टू पावर -2 प्लस 1/4 टू पावर -2। ठीक है, सब तो पहला की करना पावर्स नू की करीदा हुंदा प्लस ते बनाउंदे हुंदे, बनाओ उल्टा दो इनू, कितना आ गया 2 टू पावर 2 हो गया प्लस 3 टू पावर 2 हो गया प्लस 4 टू पावर 2 हो गया। कितने सानू लगता पाया सी कि सानू एलसीएम लेना पैना, हुण कितना सौखा हो गया। देखिए 2 टू पावर 2 कितना हुंदा है 4 प्लस 3 टू पावर 2 कितना हुंदा है 9 प्लस 4 टू पावर 2 कितना हुंदा है साडे कोले 16। ठीक है, तो फाइनली ਇਹਦਾ आंसर ਤੁਹਾਡੇ ਕੋਲੇ ਕਿੰਨਾ ਆ ਗਿਆ 29। ਕਿੰਨਾ ਸੌਖਾ ਹੈ ਨਾ। ਚਲੋ ਹੁਣ ਜਿਹੜਾ फोर्थ क्वेश्चन ਹੈ ਅਸੀਂ ਇੱਧਰ ਕਰ ਲੈਂਦੇ ਆ। तो ਜਿਹੜਾ फोर्थ पार्ट है, फोर्थ पार्ट ਦੇ ਵਿੱਚ ਹੈ ਤੁਹਾਡੇ ਕੋਲੇ 3 टू पावर -1 प्लस 4 टू पावर -1 प्लस 5 टू पावर -1 और सारे दी पावर कितनी है ਤੁਹਾਡੇ ਕੋਲੇ 0। ठीक, अच्छा देखो वैसे तो कोई सीधा भी आंसर लिख दे 1 ता भी चलूगा, जे इनू सॉल्व करना चाहते हैं बाद 1 लिखना
तो ਤੁਹਾਡੇ ਕੋਲੇ ਕਿੰਨੀਆਂ ਰਕਮਾਂ ਹੈ ਪਰ ਸਾਰੇ ਦੀ ਪਾਵਰ ਕਿੰਨੀ ਦਿੱਤੀ ਹੋਈ 0 ਤਾਂ ਅਸੀਂ ਇਹਨੂੰ ਸਿੱਧਾ ਹੀ ਕੀ ਲਿਖ ਦਿੰਨੇ ਆ 1 ਕੋਈ ਬੱਚਾ ਕਹਿੰਦਾ ਨਹੀਂ ਮੈਂ ਇਹਨੂੰ ਸੋਲਵ ਕਰਕੇ ਬਾਅਦ ਚ ਦਾ ਆਨਸਰ 1 ਲਿਖਣਾ ਉਹ ਉਸ ਤਰੀਕੇ ਦੇ ਨਾਲ ਵੀ ਲਿਖ ਸਕਦਾ ਹੈ 5th ਪਾर्ट देखिए ਇਹਦਾ curly brackets है then small bracket है -2/3 to power -2 curly bracket ਬੰਦ ਕਰਨ ਤੋਂ ਬਾਅਦ ਪਾਵਰ ਕਿੰਨੀ ਹੈ 2 तो ਅਸੀਂ ਸਭ ਤੋਂ ਪਹਿਲਾਂ ਅੰਦਰ ਵਾਲੀ ਬ੍ਰੈਕਟ ਨੂੰ ਸੋਲਵ ਕਰਾਂਗੇ ਲਓ curly bracket ਦੀ curly bracket ਪਾ ਲਈ ਠੀਕ ਹੈ curly bracket ਦੇ ਬਾਹਰ ਕਿੰਨੀ ਪਾਵਰ ਹੈ 2 curly bracket ਦੇ ਬਾਹਰ 2 ਲਿਖ ਦਿੱਤਾ ਹੁਣ ਅੰਦਰ ਦੇਖੋ ਅੰਦਰ ਕਿੰਨਾ ਹੈ -2/3 ਦੀ ਪਾਵਰ ਕਿੰਨੀ ਹੈ -2 ਹੈ ਨਾ -2/3 ਦੀ ਪਾਵਰ ਕਿੰਨੀ ਹੈ -2 ਹੈ -2 ਨੂੰ +2 ਕਰੀਏ ਕਿੱਦਾਂ ਕਰੀਏ ਉਲਟਾ ਦਈਏ लो उल्टा दो माइनस ऊपर वाली ऊपर है तो 3 दे बटे च कितना आ गया 2 और पावर किहड़ी होगी तुहाडे कोले प्लस की होगी हुण अगे की करांगे एक अंदर है पावर एक बाहर पावर दोनों आपस की होणगियां मल्टीप्लाई और तुहाडे कोले कितना आ जाऊगा -3/2 लिखा ऊपर कितना हो गया 2 × 2 कितना आ गया -3/2 ਇਹਦੀ ਸਾਰੇ ਦੀ ਪਾਵਰ ਕਿੰਨੀ ਆ ਗਈ ਤੁਹਾਡੇ ਕੋਲੇ 4 ਠੀਕ ਆ ਲਓ ਹੁਣ ਧਿਆਨ ਨਾਲ ਦੇਖੋ ਫਿਰ ਉਹੀ ਚੀਜ਼ ਆ ਗਈ ਕਿਹਦੀ ਪਾਵਰ 4 ਹੈ ਮਾਈਨਸ ਦੀ ਵੀ ਪਾਵਰ 4 ਹੈ ਇਨਟੂ 3/2 ਦੀ ਵੀ ਪਾਵਰ ਕਿੰਨੀ ਹੈ ਤੁਹਾਡੇ ਕੋਲੇ 4 ਹੈ ਠੀਕ तो कितना हो गया ਤੁਹਾਡੇ ਕੋਲੇ ਮਾਈਨਸ ਦੀ ਪਾਵਰ 4 ਈਵਨ ਨੰਬਰ ਇਹ ਤਾਂ ਹੋ ਗਿਆ ਪਲਸ 3 ਦੀ ਪਾਵਰ 4 ਕਿੰਨਾ ਹੁੰਦਾ ਹੈ 3 3 9 3 27 81 और 2 दूनी 4 दूनी 8 दूनी 16 कितना आंसर आ गया 81/16 प्लस पायो चाहे ना पायो ਤੁਹਾਡੀ ਮਰਜ਼ੀ तो इस तरीके ਦੇ ਨਾਲ ਤੁਹਾਡੇ 3rd ਪਾर्ट ਦੇ ਸਾਰੇ ਕੁਐਸਚਨਸ ਪੂਰੇ ਹੋਏ ਹੁਣ ਆਨੇ ਅਸੀਂ 4th ਪਾर्ट ਤੇ ਉਹਦੇ ਚ ਵੀ ਅਸੀਂ ਕੀ ਕਰਨਾ ਫਾਈਂਡ ਦ ਵੈਲਿਊ ਲਓ ਜੀ 4th ਕੁਐਸਚਨ ਹੈ ਤੁਹਾਡੇ ਕੋਲੇ ਦੋ ਪਾर्ट ਆ ਉਹਦੇ ਫਾਈਂਡ ਦ ਵੈਲਿਊ ਮੁੱਲ ਪਤਾ ਕਰੋ ਲਓ ਫਰਸਟ ਕੁਐਸਚਨ ਦੇ ਵਿੱਚ ਤੁਹਾਡੇ ਕੋਲੇ 8 ਦੀ ਘਾਤ -1 ਗੁਣਾ 5 ਦੀ ਘਾਤ 3 ਡਿਵਾਈਡਡ ਬਾਈ 2 ਦੀ ਘਾਤ -4 a to power -1 into 5 to power 3 divided by 2 to power -4 ਸਭ ਤੋਂ ਪਹਿਲਾਂ ਅਸੀਂ ਕੀ ਕਰਦੇ ਆ ਘਾਤਾਂ ਨੂੰ प्लस दे कर लेने हैं ठीक है पावर्स ਨੂੰ प्लस दे कर लिए की करिए देखो ध्यान देना आ 2 to power -4 हेठा वे ਇਹਨੂੰ ਉੱਪਰ ਲੈ ਜਾਓ 2 to power 4 ਬਣ ਗਿਆ ਨਾਲ ਕੌਣ ਆਇਆ ਉੱਤੇ 5 to power 3 ਆ ਗਿਆ हेठा की आ गया 8 ਦੀ ਪਾਵਰ -1 हेठा ਦੀ ਜਾ ਕੇ ਕੀ ਹੋ ਗਿਆ 8 ਹੋ ਗਿਆ और 8 ਦੀ ਪਾਵਰ +1 ਹੋ ਗਿਆ अच्छा ਹੁਣ ਕੀ ਕਰੋ देखो 2 into 4 means 2 into 2 into 2 into 2 मतलब 2 4 बारी लिख लिया into 5 into 3 ऐसा सच लिखा रहने दो डिवाइड बाय कितना 8 अच्छा जी 2 चौके 8 2 दूनी 4 2 एकम 2 कितना बच गया तुहाडे कोले 2 into 5 to power 3 है ना मतलब 2 into कितना 5 ਦੀ ਪਾਵਰ 3 ਕਿੰਨਾ ਹੁੰਦਾ 125 तो ਇਹਨੂੰ ਜਦੋਂ ਇਹਦੇ ਨਾਲ ਮਲਟੀਪਲਾਈ ਕਰੋਗੇ ਤਾਂ ਤੁਹਾਡੇ ਕੋਲੇ ਕਿੰਨਾ ਆਨਸਰ ਆ ਜਾਊਗਾ 250 ਇਹ ਤੁਹਾਡੇ ਕੋਲੇ ਕੀ ਆ ਜਾਊਗਾ ਇਹਦਾ ਆਨਸਰ ਠੀਕ ਹੈ ਤਾਂ ਬਹੁਤ ਸੌਖੇ ਕੁਐਸਚਨਸ ਨੇ ਇਹ अच्छा जी ਹੁਣ ਇਹਦੇ ਸੈਕੰਡ ਪਾਰਟ ਤੇ ਆਓ ਸੈਕੰਡ ਪਾਰਟ ਦੇ ਵਿੱਚ ਹੈ ਤੁਹਾਡੇ ਕੋਲੇ 5 to power -1 into 2 to power -1 ਇੱਕ ਬ੍ਰੈਕਟ ਚ ਹੈ into 6 to power -1 ਤੋਂ ਪਹਿਲਾਂ ਅਸੀਂ ਕੀ ਸੋਲਵ ਕਰਾਂਗੇ ਬ੍ਰੈਕਟ ਲਓ ਬ੍ਰੈਕਟ ਵਾਸਤੇ ਅਸੀਂ ਕੀ ਕਰੀਏ ਸਾਨੂੰ ਅਸੀਂ ਇਹਨੂੰ ਦੋ ਤਰੀਕਿਆਂ ਨਾਲ ਕਰ ਸਕਦੇ ਹਾਂ ਆਪਾਂ ਕੀ ਕਰਦੇ ਹਾਂ ਦੇਖੋ ਸਭ ਤੋਂ ਪਹਿਲਾਂ ਅਸੀਂ ਕੀ ਇਹਦੀ ਪਾਵਰ -1 ਹੈ ਪਲੱਸ ਦੀ ਕਰ ਲਓ 1/5 ਕਰ ਲਓ ਇਹਦੀ ਪਾਵਰ -1 ਹੈ ਇਹਨੂੰ ਕੀ ਕਰ ਲਓ ਅਸੀਂ ਇਸ ਤਰੀਕੇ ਨਾਲ ਕਰ ਲੈਂਦੇ ਹਾਂ into ਇਹਦੀ ਪਾਵਰ ਕਿੰਨੀ ਹੈ -1 ਇਹਨੂੰ ਵੀ ਪਲੱਸ ਕਰ ਲਓ 1/6 ਲਿਖ ਲਾਂ ਅੱਛਾ ਇਕੁਅਲ ਟੂ 1 into 1 1 5 into 2 10 ਬਾਹਰ ਕਿੰਨਾ ਹੈ 1/6 ਕੁਝ ਕੈਂਸਲ ਤਾਂ ਨਹੀਂ ਹੁੰਦਾ ਉੱਪਰ ਥੱਲੇ ਨਹੀਂ ਕਿੰਨਾ ਆ ਗਿਆ 1 into 1 1 10 into 6 ਕਿੰਨਾ ਆ ਗਿਆ 60 ਤਾਂ ਤੁਹਾਡੇ ਕੋਲੇ ਕਿੰਨਾ ਆਨਸਰ ਆ ਗਿਆ 1/60 ਤਾਂ ਬਹੁਤ ਈਜ਼ੀ ਕੁਐਸਚਨਸ ਨੇ 5th ਕੁਐਸਚਨ ਦੇ ਵਿੱਚ ਹੈ ਤੁਹਾਡੇ ਕੋਲੇ m ਦਾ ਮੁੱਲ ਪਤਾ ਕਰੋ ਜਿਸ ਦੇ ਲਈ 5 ਦੀ ਘਾਤ m ਭਾਗ 5 ਦੀ ਘਾਤ -3 ਬਰਾਬਰ 5 ਦੀ ਘਾਤ 5 ਹੋਵੇ find the value of m for which 5 to power m divided by 5 to power -3 is equal to 5 to power 5 ਕੀ ਕਰਨਾ ਹੈ ਇਹ ਚੀਜ਼ ਤੁਹਾਨੂੰ ਦਿੱਤੀ ਹੋਈ ਹੈ ਇਹਨੂੰ ਲਿਖੋ ਪਹਿਲਾਂ 5 to power m divided by 5 to power -3 is equal to 5 to power 5 ਠੀਕ ਹੈ ਜੋ ਸਾਨੂੰ ਦਿੱਤਾ ਹੋਇਆ ਅਸੀਂ ਲਿਖ ਲਿਆ ਅੱਛਾ ਹੁਣ ਕੀ ਕਹਿੰਦਾ ਮੈਂ m ਦੀ ਵੈਲਿਊ ਫਾਈਂਡ ਕਰਨੀ ਦੇਖੋ ਹੁਣ ਉਹ ਕਿੱਦਾਂ ਨਿਕਲੂਗੀ ਦੋਨਾਂ ਦੇ ਪਾਸੇ ਇੱਧਰ ਦੇਖੀਏ ਦੋਨੇ ਪਾਸੇ ਕੀ ਹੈ ਤੁਹਾਡੇ ਕੋਲੇ ਆਧਾਰ ਬਰਾਬਰ ਹੈ ਠੀਕ ਹੈ ਵਿੱਚ ਕਿਹੜਾ ਨਿਸ਼ਾਨ ਭਾਗ ਦਾ ਘਾਤਾਂ ਕੀ ਹੋ ਜਾਣਗੀਆਂ ਮਾਈਨਸ ਹੋ ਜਾਣਗੀਆਂ ਮਾਈਨਸ ਨੂੰ ਬਿਲਕੁਲ ਧਿਆਨ ਦੇ ਨਾਲ ਲਿਖਿਓ ਠੀਕ ਹੈ ਦੂਸਰੇ ਪਾਸੇ ਕੀ ਹੈ 5 ਟੂ ਪਾਵਰ ਤੁਹਾਡੇ ਕੋਲੇ 5 ਹੈ ਉਸ ਤੋਂ ਬਾਅਦ ਆ ਜਾਓ ਇੱਧਰ ਕਿੰਨਾ ਬਣ ਗਿਆ 5 ਟੂ ਪਾਵਰ m -3 is equal to 5 to power 5 ਹੁਣ ਅੱਗੇ ਦੇਖੋ
ਕਿ ਅਸੀਂ ਕੀ ਕਰਨਾ, ਅਸੀਂ ਪਤਾ ਕੀ ਕਹਿ ਦੇਣਾ, ਅਸੀਂ ਕਹਿਣਾ ਦੇਖੋ ਇਹਦੀ ਵੀ ਘਾਤ, ਇਹਦਾ ਵੀ ਆਧਾਰ 5 ਹੈ, ਇਹਦਾ ਵੀ ਆਧਾਰ ਕਿੰਨਾ 5, ਇਹਨਾਂ ਦੋਨਾਂ ਨੂੰ ਕੈਨਸਲ ਕਰ ਦੋ, ਕਰਤਾ ਕੀ ਬਚ ਗਿਆ, ਇਹਦੀ ਵੀ ਘਾਤ ਬਚ ਗਈ, ਇਹਦੀ ਵੀ ਪਾਵਰ ਬਚ ਗਈ, ਤੇ ਦੂਜੇ ਪਾਸੇ ਵੀ ਤੁਹਾਡੇ ਕੋਲ ਕੀ ਆ ਗਈ, ਪਾਵਰ। ਹੁਣ ਐਦਾਂ ਦੇ ਤਾਂ ਤੁਸੀਂ ਆਪਣੇ ਸੈਕੰਡ ਯੂਨਿਟ ਦੇ ਵਿੱਚ ਸੋਲਵ ਕੀਤੇ ਆ, ਹੈਨਾ। ਕੀ ਕਰਾਂਗੇ, m ਦੀ ਵੈਲਿਊ ਕੱਢਣੀ, ਇੱਥੇ +3 ਦਾ ਹੈ ਤੇ +3 ਦੂਜੇ ਸਾਈਡ ਜਾ ਕੇ ਕੀ ਹੋ ਜਾਊਗਾ, ਮਾਈਨਸ ਦਾ, ਤੇ ਤੁਹਾਡੇ ਕੋਲੇ m ਦੀ ਵੈਲਿਊ ਕਿੰਨੀ ਆ ਗਈ, 2। ਤਾਂ ਤੁਸੀਂ ਇਹ ਕੀ ਲਿਖ ਦੇਣਾ, m = 2, ਇਹ ਤੁਹਾਡੇ ਕੋਲੇ ਕੀ ਆ ਗਿਆ, ਇਹਦਾ ਆਨਸਰ ਆ ਗਿਆ। ਹੁਣ ਦੇਖਦੇ ਹਾਂ ਕੁਐਸਚਨ ਨੰਬਰ 6। 6 ਕੁਐਸਚਨ ਹੈ ਤੁਹਾਡੇ ਕੋਲੇ, ਮੁੱਲ ਪਤਾ ਕਰੋ, ਇਵੈਲੂਏਟ। ਜਿਹਦਾ ਫਰਸਟ ਪਾਰਟ ਹੈ ਤੁਹਾਡੇ ਕੋਲੇ ਕਰਲੀ ਬ੍ਰੈਕਟਸ ਹੈ, ਦੈਨ ਹੈ 1/3 to power -1 minus 1/4 to power -1, ਦੈਨ ਕਰਲੀ ਬ੍ਰੈਕਟ ਕਲੋਜ਼ ਹੁੰਦੀ ਪਈ, ਦੈਨ ओवरऑल पावर कितनी है, -1 है। तो असी पहला अंदर वाली ब्रैकेट देखांगे, तो असी भी करली ब्रैकेट, असी भी करली ब्रैकेट पा ली। 1/3 1/3 सारे दी पावर -1 है, की करा, प्लस दी करता वहां, की हो गया 3 आ गया, 3 दी पावर 1 लिखो चाहे ना लिखो, फिर अगे कौन है माइनस, फिर अगे की है 1/4 दी पावर -1, इनू की लिख ला 4, 4 दी पावर 1, ये थे 3 दी पावर 1 लिखो, दोनों प्लस दियां हो गई। अच्छा जी चलो ठीक है, सारे दी पावर कितनी है, -1 है। फिर अगे ਹੁਣ ਕੀ ਹੋ ਰਿਹਾ, 3 - 4 ਕਿੰਨਾ ਹੁੰਦਾ, 3 - 4 ਕਿੰਨਾ ਆ ਗਿਆ ਤੁਹਾਡੇ ਕੋਲ ਆਨਸਰ, -1 ਆ ਗਿਆ, ਠੀਕ ਹੈ ਜੀ। ਅੱਛਾ ਜੀ ਹੁਣ ਦੇਖੋ ਜੀ, -1 ਦੀ ਪਾਵਰ ਕਿੰਨੀ ਹੈ ਤੁਹਾਡੇ ਕੋਲੇ, -1 ਆ ਗਿਆ। ਹੁਣ ਤੁਸੀਂ ਕੀ ਕਰੋਗੇ, ਇਹਦੇ ਬਟੇ ਚ ਕਿੰਨਾ ਮੰਨ ਲਓ, 1 ਮੰਨ ਲਓ, ਉਲਟਾ ਦਿਓ, 1 ਬਟਾ ਕਿੰਨਾ ਆ ਗਿਆ ਤੁਹਾਡੇ ਕੋਲੇ, -1 ਆ ਗਿਆ, ਤੇ ਇਹ ਜਿਹੜੀ ਪਾਵਰ ਹੈ, ਇਹ ਅਲਟੀਮੇਟਲੀ ਕੀ ਹੋਗੀ, ਪਲੱਸ ਦੀ ਹੋਗੀ। अच्छा ਹੁਣ 1 - -1 ਕਿੰਨਾ ਹੁੰਦਾ ਹੈ, ਅਲਟੀਮੇਟਲੀ -1 ਹੀ ਹੁੰਦਾ। ਇਹ ਤੁਹਾਡੇ ਕੋਲੇ ਕੀ ਆ ਗਿਆ, ਇਹਦਾ ਆਨਸਰ ਆ ਗਿਆ, ਠੀਕ ਹੈ। ਲਓ ਇਸ ਤੋਂ ਬਾਅਦ ਦੇਖੋ ਇਹਦਾ ਕੁਐਸਚਨ ਨੰਬਰ 2, ਜਿਹੜਾ ਇਹਦਾ ਕੁਐਸਚਨ ਨੰਬਰ 2 ਹੈ, ਉਹਦੇ ਵਿੱਚ ਹੈ ਤੁਹਾਡੇ ਕੋਲੇ 5/8, ਇਹਦੀ ਪਾਵਰ ਹੈ ਤੁਹਾਡੇ ਕੋਲੇ -7 into 8/5, ਇਹਦੀ ਪਾਵਰ ਹੈ ਤੁਹਾਡੇ ਕੋਲੇ -4। ਅੱਛਾ ਹੁਣ ਇਹਨੂੰ ਕਿੱਦਾਂ ਸੋਲਵ ਕਰਾਂਗੇ, ਦੇਖੀਏ ਧਿਆਨ ਦੇਣਾ। तो ਤੁਹਾਡੇ ਕੋਲੇ ਹੈ ਪਹਿਲਾਂ 5/8 ਦੀ ਪਾਵਰ -7, ਪਲੱਸ ਦੀ ਕਰੋ, ਕੀ ਕਰੋ, ਉਲਟਾ ਦੋ, ਕਿੰਨਾ ਹੋ ਗਿਆ ਤੁਹਾਡੇ ਕੋਲੇ 8/5, ਸਾਰੇ ਦੀ ਪਾਵਰ ਕਿੰਨੀ ਹੋਗੀ 7 ਇਨਟੂ, ਇੱਥੇ ਇਹਦੀ ਪਾਵਰ ਵੀ ਮਾਈਨਸ ਹੈ, 8/5 ਦੀ ਪਾਵਰ -4 ਹੈ, ਇਹਨੂੰ ਵੀ ਪਲੱਸ ਦੀ ਕਰੋ, ਕੀ ਕਰਾਂ ਉਲਟਾ ਦਾ, ਕਿੰਨਾ ਬਣ ਗਿਆ 5/8, ਸਾਰੇ ਦੀ ਪਾਵਰ ਕਿੰਨੀ ਹੋਗੀ 4। ਅੱਛਾ ਹੁਣ ਧਿਆਨ ਨਾਲ ਦੇਖੋ, ਇੱਥੇ 8 ਦੀ ਪਾਵਰ, ਹੁਣ ਇਹਨੂੰ ਤੁਸੀਂ ਦੋ ਤਰੀਕੇ ਨਾਲ ਕਰ ਸਕਦੇ ਆ, ਇੱਕ ਕੀ ਹੈ, ਇੱਕ ਇਦਾਂ ਕਰ ਸਕਦੇ 8 × 8, कितनी बारी 8 लिख लो तुसी, 7 × 8 लिख लो, 4 5 6 ते 7, ठीक है, इंटू उपर नाल की है 5, कितनी बारी आ रहा, 4 बारी आ रहा, तो असी इदा लिख लिया, डिवाइडेड बाय हेठा 5 to power 7, मतलब 5 नू कितनी बारी लिखा, 7 बारी लिखा, 4 बारी हो गया, 5 बारी, 6 बारी ते 7 बारी, अगे 8 नू कितनी बारी लिखा, 4 बारी लिखा। एक तरीका तो यह है, इदा कर लिया, 1 8 ना 1 8, अगले 8 ना अगला 8, अगले 8 ना अगला 8, अगले 8 ना अगला 8, ठीक है। इधर 5 दे नाल 1 5, होर 5 दे नाल एक होर दे नाल एक होर, एक होर दे नाल एक होर, कौन बच गया, हुण उपर कौन बच गया, 8 × 8 × 8, और हेठा कौन बच गया 5 × 5 × 5, ठीक है। अच्छा जी हुण 8 × 8 × 8 मतलब 8 ਦਾ क्यूब, ਥੱਲੇ ਕੌਣ ਬਚ ਗਿਆ 5 ਦਾ क्यूब। ਲਓ 8 ਦਾ क्यूब ਕਿੰਨਾ ਹੁੰਦਾ ਤੁਹਾਡੇ ਕੋਲੇ 512, ਔਰ ਜੋ 5 ਦਾ क्यूब ਹੁੰਦਾ ਉਹ ਕਿੰਨਾ ਹੁੰਦਾ ਤੁਹਾਡੇ ਕੋਲੇ 125। ਐਦਾਂ ਆਨਸਰ ਕੱਢ ਸਕਦੇ ਹੋ, ਠੀਕ ਹੈ, ਜਾਂ ਅਸੀਂ ਪਾਵਰਸ ਦੇ ਨਾਲ ਸੋਲਵ ਕਰ ਸਕਦੇ ਹਾਂ, ਤੁਹਾਡੀ ਮਰਜ਼ੀ ਕਿੱਦਾਂ ਕਰਨਾ, ਪਰ ਆਨਸਰ ਬਿਲਕੁਲ ਸਹੀ ਹੋਣਾ ਚਾਹੀਦਾ। ਜਿਹੜਾ ਮਰਜ਼ੀ ਸਟੈਪ ਫੋਲੋ ਕਰੋ, ਆਨਸਰ ਤੁਹਾਡੇ ਕੋਲੇ ਕੀ ਹੋਣਾ ਚਾਹੀਦਾ, ਬਿਲਕੁਲ ਸਹੀ ਹੋਣਾ ਚਾਹੀਦਾ। ਹੁਣ ਆਨੇ ਆਪਾਂ 7th ਕੁਐਸਚਨ ਤੇ। लो जी लास्ट क्वेश्चन है साडे कोले 7th, सरल करो सिंपलीफाई, जेड़ा ਇਹਦਾ फर्स्ट पार्ट है दैट इज 25 × 10 to power t to power -4 divided by 5 to power -3 into 10 into t to power -8, ठीक है। किदा सॉल्व करांगे ਇਹਨੂੰ, देखिए पहला सारियां ਜਿਹੜੀਆਂ माइनस ਦੀਆਂ ਪਾਵਰਾਂ ਨੂੰ ਪਲੱਸ ਦੀਆਂ ਕਰ ਲਓ। ਪਹਿਲਾਂ ਆ ਗਿਆ ਤੁਹਾਡੇ ਕੋਲੇ 25, ਤੁਸੀਂ 25 ਲਿਖ ਲਿਆ। ਹੁਣ ਆ t to power -4 ਹੈ, ਹੇਠਾਂ ਜਾਊਗਾ, ਥੱਲੇੋਂ ਕੁਝ ਉੱਪਰ ਆ ਰਿਹਾ, ਹਾਂ 5 to power 3 ਉੱਤੇ ਆ ਰਿਹਾ, ਹੋਰ ਕੁਝ ਆ ਰਿਹਾ, ਹਾਂ t to power 8 ਵੀ ਉੱਪਰ ਆ ਰਿਹਾ, ਇਹ ਹੋ ਗਏ ਪਲੱਸ ਦੇ, हेठा कौन चला गया t to power 4, अच्छा जी इंटू कितना आ गया तुहाडे कोले 10, ठीक है। अच्छा हुण देखो ध्यान देना, एक चीज ਇਹਦੇ ਵਿੱਚ ਅਸੀਂ ਕਿੱਦਾਂ ਕਰਾਂਗੇ, ਇਹਨੂੰ ਇਹਦੇ ਨਾਲ ਕੱਟ ਲੈਣੇ ਆ, ਕਿੱਦਾਂ 5 5 25,
कितना बच गया 5 इंटू 5 टू पावर 3 इंटू टी टू पावर 8 डिवाइडेड बाय 2 इंटू टी टू पावर 4 ठीक है। अच्छा हुण उपर देखो ध्यान देना 5 इंटू 5 टू पावर 3 दोनों के आधार बराबर है ਇਹਦੀ पावर 1 है ਇਹਦੀ पावर 3 है विच मल्टीप्लाई का निशान है पावर की हो जाएगी ऐड कितना करदा 5 टू पावर 1 प्लस 3 करदा अच्छा जी इंटू टी टू पावर अच्छा हुण देखो टी टू पावर 8 टी टू पावर 4 डिवाइड हो रहे पावर्स की हो जाएगी -8 -4 थले कौन बचदा वा कल्ला 2 ਉਹਨੂੰ ਪਿਆ ਰਹਿਣ ਦੋ अच्छा जी फर्दर कितना आंसर आ गया देखो ਤੁਹਾਡੇ ਕੋਲ 5 टू पावर 4 इंटू टी टू पावर 8 -4 4 डिवाइड बाय 2 ਇਹ ਫਰਦਰ ਸੋਲਵ ਨਹੀਂ ਹੁੰਦੇ ਵੇ ਇਹੀ ਤੁਹਾਡੇ ਕੋਲੇ ਕੀ ਆ ਗਿਆ ਇਹਦਾ ਆਨਸਰ। ਹੁਣ ਆਓ ਦੂਸਰੇ ਪਾਰਟ ਤੇ। ਦੂਸਰੇ ਪਾਰਟ ਵਿੱਚ ਸੇਮ ਪਹਿਲਾਂ ਰਕਮ ਪੜ ਲੈਂਦੇ ਆ 3 ਦੀ ਘਾਤ -5 ਗੁਣਾ 10 ਦੀ ਘਾਤ -5 ਗੁਣਾ 125 ਬਟੇ ਦੇ ਵਿੱਚ ਕੀ ਲਿਖਿਆ ਹੋਇਆ 5 ਦੀ ਘਾਤ -7 ਗੁਣਾ 6 ਦੀ ਘਾਤ -5। ਸਭ ਤੋਂ ਪਹਿਲਾਂ ਕੀ ਕਰੀਏ ਪਾਵਰਸ ਘਾਤਾਂ ਨੂੰ ਪਲੱਸ ਦੀ ਕਰ ਲਈਏ। अच्छा ऊपर की करिए ऊपर आ गया 5 टू पावर 7 ये ऊपर चला गया इंटू 6 टू पावर 5 ये भी ऊपर चला गया इंटू 125 ऊपर ही रहना सी। हेठा कौन कौन आ गया हेठा आ गया 3 टू पावर 5 इंटू 10 टू पावर कितना आ गया तुहाडे कोले 5 ठीक। अच्छा हुण इहनू फर्दर किदां सॉल्व करिए देखिए आपां इहनू करदे हां सॉल्व इस तरीके दे नाल कि 5 टू पावर 7 ਨੂੰ 5 टू पावर 7 ਪਿਆ ਰਹਿਣ ਦੋ ਠੀਕ ਹੈ ਇੰਟੂ 6 टू पावर 5 ਨੂੰ 6 टू पावर 5 ਪਿਆ ਰਹਿਣ ਦੋ ਇੰਟੂ 125 ਕਿੱਦਾਂ ਬਣਦਾ ਤੁਹਾਨੂੰ ਪਤਾ 125 ਕਿੱਦਾਂ ਬਣਦਾ 5 इंटू 5 इंटू 5 ठीक है 5 5 25 5 125 तो मैं इनू की लिख लिया 5 की पावर 3 लिख लिया डिवाइडेड बाय ਤੁਹਾਡੇ ਕੋਲੇ ਕਿੰਨਾ ਹੈ डिवाइडेड बाय ਤੁਹਾਡੇ ਕੋਲੇ 3 ਦੀ ਪਾਵਰ ਕਿੰਨੀ ਹੈ 5 इंटू ਨਾਲ ਕਿੰਨਾ ਤੁਹਾਡੇ ਕੋਲੇ 10 ਦੀ ਪਾਵਰ ਕਿੰਨੀ ਵੀ ਹੈ ਤੁਹਾਡੇ ਕੋਲੇ 5 ਲਓ ਹੁਣ ਸਭ ਤੋਂ ਪਹਿਲਾਂ ਕੀ ਕਰੀਏ ਆ ਦੇਖੀਏ ਆ ਵੀ 5 ਹੈ ਇਧਰੋਂ ਆ ਵੀ 5 ਹੈ ਤੇ ਮਲਟੀਪਲਾਈ ਹੁੰਦੇ ਪਏ ਪਾਵਰਸ ਕੀ ਹੋ ਜਾਣਗੀਆਂ ਐਡ ਕਿੰਨਾ ਆ ਗਿਆ 5 ਦੀ ਪਾਵਰ 7 + 3 ਹੋ ਗਿਆ ਇਨਟੂ 6 टू पावर किन्नी 5 डिवाइडेड बाय थले किन्ना 3 टू पावर 5 इंटू 10 टू पावर 5 इनू इदा लिखा रहने दो ठीक है जी। हुण अगे देखो इनू कितना लिखना 5 टू पावर 10 इंटू 6 टू पावर 5 ठीक है थले 3 टू पावर 5 3 टू पावर 5 लिखा रहने दो इंटू आ 10 नू की करा 10 किद्दां बनदा 2 इंटू 5 इहदी पावर किन्नी 5 10 नू मैं लिख लिया 2 इंटू 5 पावर 5 ठीक है। अच्छा इक्वल टू ਇੱਥੇ ਲਿਖ ਲੈਣੇ ਆ ਤੁਹਾਡੇ ਕੋਲੇ 5 ਟੂ ਪਾਵਰ 10 6 ਨੂੰ ਕਿੱਦਾਂ ਲਿਖਾਂ 6 ਨੂੰ ਲਿਖ ਲਾਂ 3 ਇੰਟੂ 2 ਸਾਰੇ ਦੀ ਪਾਵਰ 5 6 ਨੂੰ ਲਿਖ ਲਿਆ 3 ਇੰਟੂ 2 ਸਾਰੇ ਦੀ ਪਾਵਰ ਕਿੰਨੀ ਹੋ ਗਈ 5 ਡਿਵਾਈਡਡ ਬਾਈ ਹੇਠਾਂ ਕੌਣ ਕੌਣ ਹੈ ਹੇਠਾਂ ਦੇਖੋ ਕੌਣ ਕੌਣ ਹੈ 3 ਦੀ ਪਾਵਰ 5 ਇੰਟੂ ਹੁਣ ਜੇ 2 ਇੰਟੂ 5 ਦੀ ਪਾਵਰ 5 ਹੈ ਫਾਰਮੂਲਾ ਉਲਟਾ ਲੱਗ ਜਾਊਗਾ ਕੀ ਹੋ ਜਾਊਗਾ 2 ਦੀ ਪਾਵਰ ਵੀ 5 ਹੋ ਜਾਊਗੀ ਇੰਟੂ 5 ਦੀ ਪਾਵਰ ਵੀ ਕਿੰਨੀ ਹੋ ਜਾਊਗੀ ਤੁਹਾਡੇ ਕੋਲੇ 5 ਹੋ ਜਾਊਗੀ ਹੋ ਗਿਆ। ਅੱਛਾ ਜੀ ਹੁਣ ਕੀ ਹੈ ਉੱਪਰ ਇੱਕ ਤਾਂ 5 ਦੀ ਪਾਵਰ 10 ठीक एक इंटू 3 इंटू 2 की पावर 5 ਨੂੰ मैं की लिखा 3 की पावर भी 5 लिखा इंटू 2 की पावर भी कितना लिखा 5 ठीक है। सारियां दी पावरां की कर दित्तियां उन्हां नूं दे दित्तियां थल्ले कितना तुहाडे कोले 3 टू पावर 5 ठीक है जी इंटू 2 टू पावर 5 ठीक है जी इंटू 5 टू पावर 5 हुण देखो ध्यान देना कौन कौन कट्टिया जांदा पिया 3 टू पावर 5 3 टू पावर 5 कैंसल 2 टू पावर 5 ये भी कैंसल कौन बच गया तुहाडे कोले 5 टू पावर 10 डिवाइडेड बाय 5 टू पावर 5 ਹੁਣ ਦੋਨਾਂ ਦੇ ਆਧਾਰ ਬੇਸ ਸੇਮ ਨੇ ਵਿੱਚ ਡਿਵੀਜ਼ਨ ਦਾ ਸਾਈਨ ਹੈ ਪਾਵਰਸ ਕੀ ਹੋਣਗੀਆਂ -5 ਟੂ ਪਾਵਰ 10 -5 ਕਿੰਨਾ ਆ ਗਿਆ 5 ਟੂ ਪਾਵਰ 5 तो फाइनली ਇਹਦਾ ਉੱਤਰ ਕਿੰਨਾ ਆ ਜਾਊਗਾ ਤੁਹਾਡੇ ਕੋਲੇ ਇਹਦਾ ਆਨਸਰ ਆ ਜਾਊਗਾ ਤੁਹਾਡੇ ਕੋਲੇ ਤੁਸੀਂ 5 ਨੂੰ 5 ਦੇ ਨਾਲ ਕਿੰਨੀ ਵਾਰੀ ਮਲਟੀਪਲਾਈ ਕਰੋਗੇ 5 ਵਾਰੀ ਔਰ ਇਹਨੂੰ ਸਾਰੇ ਨੂੰ ਮਲਟੀਪਲਾਈ ਕਰ ਦੋ ਤੁਹਾਡੇ ਕੋਲੇ ਆਨਸਰ ਆ ਜਾਊਗਾ 3125 3125 ਇਹ ਤੁਹਾਡੇ ਕੋਲੇ ਆਨਸਰ ਆ ਜਾਊਗਾ। ਇਹਦੇ ਨਾਲ ਹੀ ਤੁਹਾਡਾ 12.1 ਹੋਇਆ ਪੂਰਾ ਔਰ ਤੁਸੀਂ ਆਪਣੀ ਕਾਪੀਜ਼ ਤੇ ਬਹੁਤ ਸੋਹਣੇ ਤਰੀਕੇ ਦੇ ਨਾਲ ਸਾਰੇ ਕੁਐਸਚਨਸ ਕਰਨੇ ਆ।